ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਕੁਝ ਮੁੱਦੇ ਤੁਹਾਡੇ ਨਾਲ ਜਿਹੜੇ ਸਾਂਝੇ ਕਰਨੇ ਉਹਨਾਂ ਦੇ ਵਿੱਚੋਂ ਇੱਕ ਵੈਨਕੂਵਰ ਤੋਂ ਅੰਮ੍ਰਿਤਸਰ ਨੂੰ ਫਲਾਈਟ ਦਾ ਮਾਮਲਾ ਆ। ਡਾਇਰੈਕਟ ਫਲਾਈਟ ਚੱਲਣੀ ਆ, ਉਹਦੇ ਵਿੱਚ ਪਟੀਸ਼ਨ ਸ਼ੁਰੂ ਕੀਤੀ ਗਈ ਸੀ। ਮੈਂਬਰ ਪਾਰਲੀਮੈਂਟ ਬਰਾਡ ਵੈਸਟ ਨੇ ਸ਼ੁਰੂਆਤ ਕੀਤੀ ਸੀ, ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤੀ। ਇਹ ਮਾਮਲਾ ਹੁਣ ਕਿੱਥੇ ਰੁਕ ਗਿਆ? ਇੱਕ ਨਵੀਂ ਗੱਲਬਾਤ ਸਾਹਮਣੇ ਆ ਰਹੀ ਹੈ। ਇੱਕ ਨਿਊਜ਼ ਗਰੁੱਪ ਨੇ ਇਹ ਗੱਲਬਾਤ ਸਾਹਮਣੇ ਲਿਆਂਦੀ ਆ ਕਿ ਅਸਲ ਦੇ ਵਿੱਚ ਕੁਝ ਟੈਕਨੀਕਲ ਚੀਜ਼ਾਂ ਦੇਖਣ ਵਾਲੀਆਂ ਜਿਹੜੀਆਂ ਭਾਰਤ ਵਾਲੇ ਪਾਸਿਓਂ ਵੀ ਅਤੇ ਕੈਨੇਡਾ ਵਾਲੇ ਪਾਸਿਓਂ ਵੀ, ਉਹ ਕੀ ਆ, ਮਾਮਲਾ ਕੀ ਆ, ਹੁਣ ਇਹ ਗੱਲ ਕਿੱਥੇ ਕੁ ਖੜੀ ਆ, ਇਹਦੇ ਸੰਬੰਧੀ ਅਸੀਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰਨੀ ਆ। ਇੱਕ ਗੱਲ ਤੁਹਾਡੇ ਨਾਲ ਕਰਨੀ ਆ, ਅੱਜ ਕਾਮਾਗਾਟਾ ਮਾਰੂ ਮੈਮੋਰੀਅਲ ਜਿਹੜਾ ਬਣਿਆ ਆ ਵੈਨਕੂਵਰ ਦੇ ਵਿੱਚ ਕੋਲ ਹਾਰਬਰ, ਉਹ ਥਾਂ ਜਿੱਥੇ ਕਾਮਾਗਾਟਾ ਮਾਰੂ ਜਹਾਜ਼ ਆ ਕੇ ਲੱਗਿਆ ਸੀ ਅਗਸਤ ਮਹੀਨੇ ਦੇ ਵਿੱਚ, ਉਹਦੇ ਉੱਤੇ ਕਿਸੇ ਨੇ ਪੇਂਟ ਕਰ ਦਿੱਤਾ ਸੀ ਚਿੱਟਾ। ਇਹਨੂੰ ਇੱਕ ਨਸਲੀ ਨਫ਼ਰਤ ਵਜੋਂ ਦੇਖਿਆ ਜਾ ਰਿਹਾ ਸੀ ਉਸ ਵੇਲੇ ਕਿ ਜਿਹੜਾ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਇਮੀਗ੍ਰੈਂਟਸ ਨੂੰ, ਉਹਦਾ ਇੱਦਾਂ ਦਾ ਕੰਮ ਲੱਗਦਾ ਸੀ। ਉਹ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਕੀ ਸੀ ਉਹ ਮਾਮਲਾ, ਤੁਹਾਨੂੰ ਅੱਜ ਉੱਥੇ ਜਾਣਾ, ਅਸੀਂ ਉੱਥੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਇੱਕ ਗੱਲ ਮਹੱਤਵਪੂਰਨ ਜਿਹੜੀ ਅੱਜ ਹੈਗੀ ਹੈ ਘਰਾਂ ਦੀ ਮਾਰਕੀਟ ਬਾਰੇ, ਦੋ ਤਿੰਨ ਰਾਵਾਂ ਸਾਹਮਣੇ ਆ ਰਹੀਆਂ। ਕੁਛ ਲੋਕ ਕਹਿੰਦੇ ਆ, ਸਰਕਾਰ ਦਾ ਇੱਕ ਧਿਰ ਕਹਿ ਰਹੀ ਹੈ ਕਿ ਅਸਲ ਦੇ ਵਿੱਚ ਡਿਮਾਂਡ ਸਪਲਾਈ ਦਾ ਰੌਲਾ ਹੈ, ਡਿਮਾਂਡ ਜ਼ਿਆਦਾ ਹੈ, ਸਪਲਾਈ ਹੈ ਨਹੀਂ ਘਰਾਂ ਦੀ, ਇਸ ਕਰਕੇ ਕੀਮਤਾਂ ਵੱਧ ਗਈਆਂ। ਇੱਕ ਗਰੁੱਪ ਇਹ ਕਹਿ ਰਿਹਾ ਕਿ ਅਸਲ ਦੇ ਵਿੱਚ ਰੌਲਾ ਇਹ ਨਹੀਂ ਡਿਮਾਂਡ ਸਪਲਾਈ ਦਾ ਰੌਲਾ ਨਹੀਂ, ਰੌਲਾ ਫਲਿੱਪਿੰਗ ਦਾ ਆ ਕਿ ਇੱਕ ਥਾਂ ਦੇ ਉੱਤੇ ਕਿੰਨੇ ਕੋਂਡੋ ਬਣ ਰਹੇ ਆ, ਕਿੰਨੀ ਪ੍ਰੀ ਸੇਲ ਹੋ ਰਹੀ ਹੈ, ਉਹਦੇ ਵਿੱਚੋਂ ਕਿੰਨੇ ਫਲਿੱਪ ਹੋ ਰਹੇ ਆ। ਸਾਰੀ ਗੱਲਬਾਤ ਇੱਥੇ ਪਈ ਆ। ਗੁਰਪ੍ਰੀਤ ਸਿੰਘ ਸੋਤਾ ਹੋਣਾ ਨਾਲ ਆਪਾਂ ਇਹਦੇ ਬਾਰੇ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਦੋ ਤਿੰਨ ਮੁੱਦੇ ਹੋਰ ਨੇ। ਟੋਰਾਂਟੋ ਦੇ ਵਿੱਚ ਇੱਕ ਟਾਵਰ ਬਣ ਰਿਹਾ, ਉਹਦੇ ਕਰਕੇ ਪਾਰਕਿੰਗ ਜਾ ਰਹੀ ਆ। ਸਾਹਮਣੇ ਰੈਜ਼ੀਡੈਂਟ ਜਿਹੜੇ ਉੱਥੇ ਰੌਲਾ ਪਾ ਰਹੇ ਆ, ਆਪਣੀ ਗੱਲ ਦੱਸ ਰਹੇ ਆ ਕਿ ਇਹ ਨਹੀਂ ਬਣਨਾ ਚਾਹੀਦਾ ਜਾਂ ਸਾਡੀ ਪਾਰਕਿੰਗ ਦੀ ਸਮੱਸਿਆ ਹੱਲ ਕਰਨੀ ਚਾਹੀਦੀ ਹੈ। ਮਿਸੀਸਾਗਾ ਦੇ ਵਿੱਚ ਜਿਹੜੀਆਂ ਟ੍ਰੈਫਿਕ ਟਿਕਟਸ ਆ ਉਹ ਦਿੱਤੀਆਂ ਗਈਆਂ ਪਿਛਲੇ ਸਾਲ ਦੇ ਵਿੱਚ, ਉਹਦਾ ਡਾਟਾ ਸਾਹਮਣੇ ਆਇਆ, ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਇੱਕ ਹੁਣ ਘਰਾਂ ਤੋਂ ਕੰਮ ਕਰਨ ਵਾਲੇ ਲੋਕ ਜਿਹੜੇ ਰਿਮੋਟਲੀ ਕੰਮ ਕਰਦੇ ਸੀ, ਵਰਕ ਫਰੋਮ ਹੋਮ ਸੀਗਾ, ਉਹ ਅਜੇ ਵੀ ਘਰਾਂ ਤੋਂ ਹੀ ਕੰਮ ਕਰਨਾ ਚਾਹੁੰਦੇ ਆ ਜਦੋਂ ਕੋਈ ਪੈਂਡੈਮਿਕ ਹਟ ਗਈ। ਇਹਨਾਂ ਗੱਲਾਂ ਬਾਤਾਂ ਬਾਰੇ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਇੱਕ ਸਮੱਸਿਆ ਟੋਰਾਂਟੋ ਦੇ ਵਿੱਚ, ਓਨਟਾਰੀਓ ਦੇ ਵਿੱਚ ਇੱਕ ਪਰਿਵਾਰ ਨੂੰ ਆਈ ਆ। ਉਹ ਪਰਿਵਾਰ ਦੇ ਵਿੱਚ ਇੱਕ ਬੱਚਾ ਆ ਅਤੇ ਬੱਚੇ ਦੇ ਲਈ ਉਹ ਇੱਕ ਡੌਗ ਰੱਖਣਾ ਚਾਹੁੰਦੇ ਆ। ਲਿਸਟਾਵਲ ਦਾ ਇਹ ਓਨਟਾਰੀਓ ਦੇ ਵਿੱਚ ਜਿਹੜੀ ਗੱਲਬਾਤ ਆ, ਮਾਈਕ ਅਤੇ ਐਰਨ ਡੋਨ ਉਹਨਾਂ ਮਾਪਿਆਂ ਦਾ ਨਾਂ ਆ, ਅਤੇ ਉਹ ਆਪਣੇ ਬੱਚੇ ਹੈਨਰੀ ਦੇ ਲਈ ਇੱਕ ਡੌਗ ਲੈਣਾ ਚਾਹੁੰਦੇ ਆ। ਆਮ ਤੌਰ 'ਤੇ ਬਹੁਤ ਵਾਰੀ ਹੁੰਦਾ ਕਿ ਘਰਾਂ ਦੇ ਵਿੱਚ ਇਹ ਡੌਗ ਰੱਖੇ ਜਾਂਦੇ ਆ, ਇਹਦੇ ਨਾਲ ਕਈ ਫਾਇਦੇ ਹੁੰਦੇ ਆ। ਉਸ ਡੌਗ ਨੂੰ ਲੈਣ ਦੇ ਲਈ ਉਹ ਅਪਲਾਈ ਕਰਦੇ ਆ। ਉਹਦੇ ਤੋਂ ਬਾਅਦ ਉਹਨਾਂ ਦੀ ਗੱਲਬਾਤ ਹੋ ਜਾਂਦੀ ਆ ਕਿ ਅਸੀਂ ਇਹਨੂੰ ਜਿਹੜਾ ਡੌਗ ਲੈ ਕੇ ਆਉਣਾ ਆ। ਇੱਥੇ ਦੱਸਣ ਵਾਲੀ ਗੱਲ ਇਹ ਆ ਕਿ ਜਿਹੜਾ ਉਹਨਾਂ ਦਾ ਬੱਚਾ ਆ ਉਹ ਔਟਿਜ਼ਮ ਦਾ ਸ਼ਿਕਾਰ ਆ। ਔਟਿਜ਼ਮ ਇੱਕ ਬਿਮਾਰੀ ਹੁੰਦੀ ਹੈ ਜਿਹਦੇ ਵਿੱਚ ਬੱਚਾ ਕਈ ਵਾਰੀ ਉਹਦੀਆਂ ਲੈਂਗੁਏਜ ਸਕਿੱਲ ਡਿਵੈਲਪ ਨਹੀਂ ਹੁੰਦੀਆਂ, ਉਹਦੀਆਂ ਮੂਵਮੈਂਟ ਸਕਿੱਲਸ ਡਿਵੈਲਪ ਨਹੀਂ ਹੁੰਦੀਆਂ, ਜਾਂ ਉਹਦੀ ਲਰਨਿੰਗ ਸਕਿੱਲਸ ਜਿਹੜੀਆਂ, ਮਤਲਬ ਨਾ ਚੰਗੀ ਤਰ੍ਹਾਂ ਉਹ ਬੋਲ ਸਕਦਾ, ਨਾ ਤੁਰ ਫਿਰ ਸਕਦਾ, ਨੋਰਮਲ ਬੱਚਿਆਂ ਵਾਂਗੂ ਬਿਹੇਵ ਨਹੀਂ ਕਰਦਾ। ਕਈ ਹੋਰ ਵੀ ਉਹਦੇ ਵਿੱਚ ਜਿਹੜੇ ਆ ਐਪਲੈਪਸੀ ਜਾਂ ਦੂਜੇ ਡਿਸਆਰਡਰ ਵੀ ਹੋ ਸਕਦੇ ਹੁੰਦੇ ਆ। ਉਹਦੀਆਂ ਸੌਣ ਦੀਆਂ, ਖਾਣ ਦੀਆਂ ਆਦਤਾਂ ਬੜੀਆਂ ਵੱਖਰੀਆਂ ਹੁੰਦੀਆਂ। ਕਈ ਵਾਰੀ ਉਹਨਾਂ ਨੂੰ ਕਈ ਇਸ਼ੂਜ਼ ਆਉਂਦੇ ਆ, ਮੂਡ ਉਹਨਾਂ ਦੇ ਬਦਲ ਜਾਂਦੇ, ਕਈ ਵਾਰੀ ਅਨਯੂਜ਼ੁਅਲ ਮੂਡ ਹੋ ਜਾਂਦੇ ਆ, ਇਮੋਸ਼ਨਲ ਰਿਐਕਸ਼ਨ ਹੋ ਜਾਂਦੇ ਆ। ਉਹਨਾਂ ਦਾ ਬੱਚਾ ਇਸ ਬਿਮਾਰੀ ਤੋਂ ਪੀੜਤ ਆ। ਉਹਨਾਂ ਨੇ ਇਹਦੇ ਲਈ ਅਪਲਾਈ ਕਰ ਦਿੱਤਾ ਕਿ ਕਿਉਂਕਿ ਬੱਚਾ ਹੁਣ ਥੋੜ੍ਹਾ ਥੋੜ੍ਹਾ ਵੱਡਾ ਹੋ ਰਿਹਾ, ਬੋਲਣਾ ਸ਼ੁਰੂ ਕਰ ਰਿਹਾ, ਅਤੇ ਉਹਨੇ ਡੌਗ ਦੀ ਮੰਗ ਕਰ ਰਿਹਾ ਅਤੇ ਉਹਨੂੰ ਡੌਗ ਦੇਣਾ ਆ। ਹੁਣ ਉਹ ਗੱਲਬਾਤ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਡਿਟੇਲ ਪਤਾ ਲੱਗਦੀ ਆ, ਜਿਨ੍ਹਾਂ ਨੇ ਉਹ ਡੌਗ ਦੇਣਾ ਆ ਉਹ ਇਸ ਗੱਲ ਜਿੱਥੋਂ ਉਹਨਾਂ ਨੇ ਲੈ ਕੇ ਆਉਣਾ ਆ, ਕਿਸਮਟ ਰੈਸਕਿਊ ਦੱਸਦੇ ਆ ਇਹ ਓਨਟਾਰੀਓ ਦੇ ਵਿੱਚ, ਉਹ ਕਹਿੰਦੇ ਆ ਕਿ ਅਸੀਂ ਤੁਹਾਨੂੰ ਇਹ ਡੌਗ ਨਹੀਂ ਦੇ ਸਕਦੇ ਕਿਉਂਕਿ ਤੁਹਾਡੇ ਘਰ ਦੇ ਵਿੱਚ ਇੱਕ ਇਹੋ ਜਿਹਾ ਬੱਚਾ ਰਹਿੰਦਾ ਆ ਜਿਹਨੂੰ ਔਟਿਜ਼ਮ ਨਾਂ ਦੀ ਬਿਮਾਰੀ ਆ। ਹੁਣ ਇਹ ਮਾਮਲਾ ਆਪਣੇ ਆਪ ਦੇ ਵਿੱਚ ਬਹੁਤ ਦੁਖਦਾਈ ਆ ਕਿ ਇੱਕ ਬੱਚਾ ਜਿਹੜਾ ਪਹਿਲਾਂ ਬਾਕੀ ਬੱਚਿਆਂ ਵਰਗਾ ਨਹੀਂ ਆ, ਉਹਦੀਆਂ ਸਪੈਸ਼ਲ ਨੀਡਸ ਨੇ, ਅਤੇ ਉਹਨੂੰ ਉਹ ਖੁਸ਼ ਰੱਖਣ ਦੇ ਲਈ ਮਾਪੇ ਉਹਦੀ ਇੱਕ ਮੰਗ ਨੂੰ ਪੂਰੀ ਕਰਨਾ ਚਾਹੁੰਦੇ ਆ। ਪਰ ਜਿਹੜੇ ਉਹ ਐਨੀਮਲਸ ਦਿੰਦੇ ਆ ਉਹ ਇਹ ਕਹਿ ਰਹੇ ਆ ਕਿ ਇਸ ਸਮੱਸਿਆ ਕਰਕੇ ਅਸੀਂ ਤੁਹਾਨੂੰ ਇਹ ਨਹੀਂ ਦੇ ਸਕਦੇ। ਹੁਣ ਇਹ ਇੱਕ ਉਹਨਾਂ ਦੇ ਲਈ ਜਿਹੜੀ ਚਿੰਤਾ ਵਾਲੀ ਗੱਲ ਵੀ ਹੈ, ਅਤੇ ਉਹ ਗੱਲਬਾਤ ਹੁਣ ਬਾਹਰ ਲੈ ਕੇ ਆਏ ਆ ਕਿ ਸਾਡੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਕਿ ਕਿਉਂ ਨਹੀਂ ਇਸ ਫੈਮਿਲੀ ਦੇ ਵਿੱਚ ਜੇ ਕਿਸੇ ਨੂੰ ਔਟਿਜ਼ਮ ਆ ਤਾਂ ਉਹਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ। ਉਹ ਇਹ ਦੱਸ ਰਹੇ ਆ ਕਿ ਜਿਹੜਾ ਕੋਈ ਮਿਸ ਇਨਫੋਰਮੇਸ਼ਨ ਆ, ਜਿਨ੍ਹਾਂ ਨੇ ਐਨੀਮਲ ਉਹ ਦੇਣਾ ਆ, ਜਿੱਥੋਂ ਉਹਨਾਂ ਨੇ ਲੈ ਕੇ ਆਉਣਾ ਆ, ਉਹ ਕਹਿੰਦੇ ਵੀ ਇਹਦੇ ਨਾਲ ਕਈ ਸਾਰੇ ਬਿਹੇਵੀਅਰਲ ਇਸ਼ੂਜ਼ ਹੋ ਸਕਦੇ ਆ ਕਿ ਇਹ ਸਾਨੂੰ, ਉਹ ਕਹਿੰਦੇ ਸਾਨੂੰ ਦੁੱਖ ਆ ਇਸ ਗੱਲ ਦਾ ਕਿ ਅਸੀਂ ਨਹੀਂ ਦੇ ਸਕਦੇ, ਪਰ
ਇਹਦੇ ਨਾਲ ਜਿਹੜਾ ਕਈ ਕੁਛ ਇਸ ਕਿਸਮ ਦਾ ਵਾਪਰ ਸਕਦਾ ਜਿਹੜੇ ਕਿ ਪਹਿਲਾਂ ਵੀ ਇਦਾਂ ਦਾ ਹੋਇਆ ਆ। ਕਿਸਮਤ ਰੈਸਕਿਊ ਇਹ ਗੱਲਬਾਤ ਦੱਸ ਰਿਹਾ ਆ। ਇਹ ਆਰਗੇਨਾਈਜੇਸ਼ਨ ਜਿਹੜੀ ਆ ਉਹ ਕਹਿੰਦੀ ਆ ਕਿ ਸਾਡਾ ਪਹਿਲਾਂ 2-3 ਵਾਰੀ ਇਸ ਤਰੀਕੇ ਦੇ ਨਾਲ ਹੋ ਚੁੱਕਾ ਆ, ਤਾਂ ਸਾਨੂੰ ਇਹ ਸਖਤ ਫੈਸਲੇ ਲੈਣੇ ਪੈ ਰਹੇ ਆ। ਇੱਕ ਪੋਸਟ ਉਹਨਾਂ ਨੇ ਪਾਈ ਆ, ਉਹਦੇ ਉੱਤੇ ਉਹ ਦੱਸਦੇ ਆ ਕਿ 2 ਵੱਖਰੀਆਂ ਘਟਨਾਵਾਂ ਦੇ ਵਿੱਚ ਇੱਕ ਬੱਚਾ ਜਿਹਨੂੰ ਆਟਿਜ਼ਮ ਸੀਗਾ ਤੇ ਜਿਹੜਾ ਉਹਨੇ ਡੌਗ ਨੂੰ ਇੰਜਰ ਕਰ ਦਿੱਤਾ ਸੀ, ਜ਼ਖਮੀ ਕਰ ਦਿੱਤਾ ਸੀ। ਤੇ ਇੱਕ ਕੇਸ ਦੇ ਵਿੱਚ ਉਹਨੇ ਦੂਜੇ ਜਿਹੜਾ ਬੱਚੇ ਉਹਨੂੰ ਡੌਗ ਨੂੰ ਨੁਕਸਾਨ ਪਹੁੰਚਾਇਆ ਸੀ ਬੱਚੇ ਨੇ, ਇਸ ਕਰਕੇ ਅਸੀਂ ਡੌਗ ਉੱਥੇ ਨਹੀਂ ਦੇ ਸਕਦੇ। ਤੇ ਇੱਕ ਕੇਸ ਦੇ ਵਿੱਚ ਕਹਿੰਦੇ ਉਹਨੇ ਫੈਨ ਦੇ ਨਾਲ ਉਹਨੂੰ ਡੌਗ ਨੂੰ ਹਿੱਟ ਕਰ ਦਿੱਤਾ ਸੀ। ਤੇ ਦੂਜਾ ਇਹ ਵੀ ਦੱਸਦੇ ਆ ਕਿ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਅਸੀਂ ਇੱਕ ਪਾਲਿਸੀ ਬਣਾ ਲਈ ਕਿ ਜਿੱਥੇ ਵੀ ਜਿਹੜੇ ਆਟਿਸਟਿਕ ਚਿਲਡਰਨ ਆ ਉਹਨਾਂ ਨੂੰ ਅਸੀਂ ਡੌਗ ਨਹੀਂ ਦਿੰਦੇ। ਹੁਣ ਇਹ ਗੱਲਬਾਤ ਚਿੰਤਾ ਵਾਲੀ ਵੀ ਆ ਮਾਪਿਆਂ ਦੇ ਲਈ ਕਿ ਉਹ ਆਪਣੇ ਬੱਚੇ ਦੀ ਖੁਆਇਸ਼ ਨਹੀਂ ਪੂਰੀ ਕਰ ਸਕਦੇ ਉਹਨੂੰ, ਤੇ ਇਹ ਵੀ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਆ। ਦੂਜੇ ਪਾਸੇ ਇਹ ਆਰਗੇਨਾਈਜੇਸ਼ਨ ਆਪਣੀ ਦਲੀਲ ਦੇ ਰਹੀ ਆ ਕਿ ਅਸੀਂ ਕਿਉਂਕਿ ਪੁਰਾਣਾ ਸਾਡਾ ਐਕਸਪੀਰੀਅੰਸ, ਪੁਰਾਣਾ ਅਨੁਭਵ, ਪੁਰਾਣਾ ਤਜਰਬਾ ਇਹ ਕਹਿੰਦਾ ਕਿ ਇਸ ਕਿਸਮ ਦੇ ਬੱਚਿਆਂ ਵਾਲੇ ਘਰ ਦੇ ਵਿੱਚ ਅਸੀਂ ਡੌਗ ਨਹੀਂ ਦੇ ਸਕਦੇ, ਤਾਂ ਇਸ ਕਰਕੇ ਅਸੀਂ ਆਪਣੀ ਇਹ ਪਾਲਿਸੀ ਬਣਾਈ ਆ। ਟੋਰਾਂਟੋ ਦੇ ਵਿੱਚ ਇੱਕ ਹੋਰ ਸਮੱਸਿਆ ਸਾਹਮਣੇ ਆਈ ਆ, ਹਾਈ ਰਾਈਜ਼ ਦੇ ਵਿੱਚ ਜਿਹੜੀ ਪਾਰਕਿੰਗ ਦੀ ਸਮੱਸਿਆ ਵੈਸੇ ਹਰ ਥਾਂ ਦੇ ਉੱਤੇ ਆ, ਖਾਸ ਕਰ GTA ਦੇ ਉੱਤੇ ਜਾਂ ਇੱਧਰ ਵੈਨਕੂਵਰ ਵਾਲੇ ਪਾਸੇ ਦੇ ਵਿੱਚ। ਪਰ ਇੱਕ ਥਾਂ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਪਾਰਕਿੰਗ ਸਪੇਸਿਸ ਨੇ ਉਹ ਜਾ ਰਹੀਆਂ ਕਿਉਂਕਿ ਉੱਥੇ ਇੱਕ ਹੋਰ ਟਾਵਰ ਬਣ ਰਿਹਾ ਤੇ ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਦੇ ਲਈ ਵੱਡੀ ਸਮੱਸਿਆ ਪੈਦਾ ਹੋ ਰਹੀ ਆ। ਬਿਲਡਰ ਦੇ ਜਿਹੜੇ ਓਨਰ ਨਾਰਥ ਐਜ ਪ੍ਰਾਪਰਟੀ ਦੱਸਦੇ ਆ ਕਿ ਉਹ ਇੱਕ ਕੋਂਡੋ ਟਾਵਰ ਬਣਾਉਣ ਲੱਗੇ ਆ ਗ੍ਰੀਨ ਸਪੇਸ ਦੇ ਉੱਤੇ। 30 ਸਟੋਰੀ ਪ੍ਰਾਪਰਟੀ ਆ ਮੈਬਲ ਐਵਨਿਊ ਦੇ ਉੱਤੇ ਤੇ ਬਲੂਰ ਸਟਰੀਟ ਦੇ ਉੱਤੇ, ਵੈਸਟ ਤੇ ਡਨਵਰ ਸਟਰੀਟ ਦੇ ਵੈਸਟ ਵਾਲੇ ਪਾਸੇ। ਤੇ ਕੋਂਡੋ ਬਿਲਡਿੰਗ ਜਿਹੜੀ ਆ ਇਹ ਡਾਇਰੈਕਟਲੀ ਉਸ ਰੈਂਟਲ ਟਾਵਰ ਦੇ ਸਾਹਮਣੇ ਹੋਊਗੀ ਜਿੱਥੇ ਅੰਡਰਗਰਾਊਂਡ ਪਾਰਕਿੰਗ ਗਰਾਜ ਹੈਗੇ ਆ, ਜਿਹੜਾ ਉਹਨਾਂ ਦੀ ਅਕਮੋਡੇਸ਼ਨ ਕਰਦਾ ਜਿਹੜੇ ਉਸ ਥਾਂ ਦੇ ਉੱਤੇ ਰਹਿੰਦੇ ਆ। ਹੁਣ ਉਹ ਕਹਿੰਦੇ ਅਸੀਂ ਇਸ ਗੱਲ ਦੇ ਲਈ, ਜਿਹੜੇ ਉੱਥੇ ਰਹਿ ਰਹੇ ਲੋਕ ਨੇ ਉਹ ਕਹਿੰਦੇ ਅਸੀਂ ਇਸ ਗੱਲ ਦੇ ਲਈ ਬਹੁਤ ਚਿੰਤਤ ਹਾਂ ਕਿ ਅਸੀਂ ਇਸ ਬਿਲਡਿੰਗ ਦੇ ਵਿੱਚ 17 ਸਾਲਾਂ ਤੋਂ ਰਹਿੰਦੇ ਹਾਂ ਤੇ ਇਹਦੇ ਸਾਹਮਣੇ ਅਸੀਂ ਇਸ ਥਾਂ ਦੇ ਉੱਤੇ ਆਪਣੀਆਂ ਕਾਰਾਂ ਪਾਰਕਿੰਗ ਕਰਦੇ ਹਾਂ ਤੇ ਜਦੋਂ ਪਹਿਲਾਂ ਹੀ ਕਾਰਾਂ ਦੀ ਇੱਥੇ ਸ਼ਾਰਟੇਜ ਆ, ਬਹੁਤ ਸਾਰੇ ਜਿਹੜੇ ਟੈਨੈਂਟਸ ਨੇ ਉਹ ਇੱਥੋਂ ਪਹਿਲਾਂ ਹੀ ਜਾ ਚੁੱਕੇ ਆ ਸ਼ਾਰਟੇਜ ਕਰਕੇ। ਤੇ ਜੇ ਇਹ ਉਸ ਥਾਂ ਦੇ ਉੱਤੇ ਜਿੱਥੇ ਅਸੀਂ ਗੱਡੀਆਂ ਪਾਰਕ ਕਰਦੇ ਹਾਂ ਜੇ ਟਾਵਰ ਬਣ ਜਾਂਦਾ ਆ, 520 ਸਟਾਲਸ ਨੇ ਉੱਥੇ ਪਾਰਕਿੰਗ ਦੇ, ਤੇ ਜੇ ਉਹ ਕਹਿੰਦੇ ਇੱਥੇ ਬਣ ਜਾਂਦਾ ਤਾਂ ਅਸੀਂ ਕਿੱਥੇ ਜਾਵਾਂਗੇ? ਇਹ ਜਿਹੜੀਆਂ ਕਾਰਾਂ ਅਸੀਂ ਕਿੱਥੇ ਖੜੀਆਂ ਕਰਾਂਗੇ? ਹਾਲਾਂਕਿ ਪ੍ਰੋਬਲਮ 2018 ਦੇ ਵਿੱਚ ਸ਼ੁਰੂ ਹੋਈ ਸੀ ਜਦੋਂ ਐਜ ਪ੍ਰਾਪਰਟੀ ਨੇ ਅਪਲਾਈ ਕੀਤਾ ਸੀ ਸਿਟੀ ਆਫ ਟੋਰਾਂਟੋ ਨੂੰ ਕਿ ਅਸੀਂ 49 ਸਟੋਰੀ ਦਾ ਜਿਹੜਾ 49 ਮੰਜ਼ਲੀ ਇੱਕ ਟਾਵਰ ਇੱਥੇ ਬਣਾਉਣਾ ਹੈ। ਸਿਟੀ ਨੇ ਅਪੋਜ਼ ਕਰ ਦਿੱਤਾ ਸੀ ਉਸ ਪ੍ਰੋਜੈਕਟ ਨੂੰ ਕਿ ਬਿਲਡਿੰਗ ਜਿਹੜੀ ਬਹੁਤ ਵੱਡੀ ਆ ਤੇ ਪਾਰਕਿੰਗ ਲਈ ਇੱਥੇ ਸਪੇਸ ਹੈ ਨਹੀਂ। ਗੱਲਬਾਤ ਇੱਥੇ ਮੁੱਕ ਜਾਣੀ ਚਾਹੀਦੀ ਸੀ, ਜਿਹੜੀ ਕਿ ਇਹਨਾਂ ਦੇ ਕਹਿਣ ਮੁਤਾਬਕ ਠੀਕ ਵੀ ਆ ਕਿ ਪਾਰਕਿੰਗ ਦੀ ਸਮੱਸਿਆ ਉੱਥੇ ਪਹਿਲਾਂ ਹੀ ਆ ਤੇ ਹੋਰ ਹੋ ਜਾਣੀ ਸੀ। ਉਹਦੇ ਤੋਂ ਬਾਅਦ ਜਿਹੜੇ ਓਨਰ ਸੀ ਉਹਨਾਂ ਨੇ ਅੱਗੇ ਅਪੀਲ ਕਰ ਦਿੱਤੀ ਪਿਛਲੇ ਸਾਲ ontario ਲੈਂਡ ਟ੍ਰਿਬਿਊਨਲ ਦੇ ਵਿੱਚ, ਜਿੱਥੇ ਜਾ ਕੇ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਨੂੰ ਅਸੀਂ ਅੱਗੇ ਲਿਜਾਣਾ ਚਾਹੁੰਦੇ ਹਾਂ। ਸੋ ਹੁਣ ਇਸ ਥਾਂ ਦੇ ਉੱਤੇ ਇਸ ਬਿਲਡਿੰਗ ਦੇ ਨੇਬਰਹੁੱਡ ਦੇ ਵਿੱਚ ਪਾਰਕਿੰਗ ਸਪੇਸਿਸ ਨਹੀਂ ਆ, ਵਰਤੀ ਨਹੀਂ ਜਾ ਸਕਦੀ ਤੇ ਇਹ ਇੱਕ ਬਹੁਤ ਵੱਡੀ ਸਮੱਸਿਆ ਉੱਥੇ ਪੈਦਾ ਹੋ ਰਹੀ ਆ। ਤੇ ਉਹ ਕਹਿੰਦੇ ਪਹਿਲਾਂ ਉਹਨਾਂ ਨੇ ਸਾਨੂੰ ਜਿਹੜੇ ਓਨਰ ਨੇ ਇਹਦੇ, ਉਹਨਾਂ ਨੇ ਪਹਿਲਾਂ ਸਾਨੂੰ 1 ਮਹੀਨੇ ਦਾ ਇਹ ਕਿਹਾ ਸੀ ਕਿ ਨਵੀਂ ਪਾਰਕਿੰਗ ਸਪੇਸ ਉਹਨਾਂ ਦੇ ਵਹੀਕਲਸ ਦੇ ਲਈ ਲੱਭਾਂਗੇ, ਪਰ ਹੁਣ ਗੱਲਬਾਤ ਇਹ ਆ ਕਿ ਇਹਦੇ ਲਈ ਕੋਈ ਵੀ ਸਪੇਸ ਨਹੀਂ ਹੈ ਤੇ ਉਹ ਬਹੁਤ ਵੱਡੀ ਇੱਕ ਸਮੱਸਿਆ ਦੇ ਵਿੱਚ ਆ। ਜਿਹੜੀ ਫੈਡਰੇਸ਼ਨ ਆਫ ਮੈਟਰੋ ਟੈਨੈਂਟਸ ਐਸੋਸੀਏਸ਼ਨ ਆ ਉਹ ਹੁਣ ਇਸ ਕੌਜ਼ ਦੇ ਉੱਤੇ ਗੱਲਬਾਤ ਕਰ ਰਹੀ ਆ। ਇਹ ਸਿਰਫ ਟੋਰਾਂਟੋ ਦੇ ਇਸ ਇਲਾਕੇ ਦੇ ਵਿੱਚ ਕਿਰਾਏਦਾਰਾਂ ਦੀ ਸਮੱਸਿਆ ਨਹੀਂ, ਬਹੁਤ ਸਾਰੇ ਲੋਕਾਂ ਦੀ ਸਮੱਸਿਆ ਹੈ ਕਿਉਂਕਿ ਲੈਂਡ ਥੋੜ੍ਹੀ ਆ ਤੇ ਉਹਦੇ ਉੱਤੇ ਬਹੁਤ ਸਾਰੀਆਂ ਬਿਲਡਿੰਗਸ ਬਣ ਰਹੀਆਂ ਆ। ਪੈਂਡੈਮਿਕ ਦੇ ਵਿੱਚ ਲੋਕਾਂ ਦੇ ਕੰਮ ਕਰਨ ਦਾ ਢੰਗ ਬਦਲ ਗਿਆ ਸੀ। ਲੋਕ ਘਰਾਂ ਤੋਂ ਕੰਮ ਕਰਨ ਲੱਗ ਪਏ ਸੀ। ਜਿਹੜਾ ਕੰਮ ਵੀ ਘਰਾਂ ਤੋਂ ਹੋ ਸਕਦਾ ਸੀ ਉਹ ਲੋਕਾਂ ਨੇ ਘਰਾਂ ਤੋਂ ਕੰਮ ਕੀਤਾ। ਉਹਦੇ ਬਹੁਤ ਸਾਰੇ ਫਾਇਦੇ ਹੋਏ, ਬਹੁਤ ਸਾਰੇ ਨੁਕਸਾਨ ਹੋਏ। ਹੁਣ ਜਦੋਂ ਕਿ ਇਹ ਸਾਰੀਆਂ ਪਾਬੰਦੀਆਂ ਚੱਕੀਆਂ ਜਾ ਚੁੱਕੀਆਂ ਹੈ, ਬਹੁਤ ਸਾਰੇ EMPLOYEES ਦੁਬਾਰਾ EMPLOYEES ਨੂੰ ਕਾਲ ਕਰ ਰਿਹਾ ਕਿ ਤੁਸੀਂ ਕੰਮਾਂ ਦੇ ਉੱਤੇ ਆਓ। ਇੱਕ ਸਟੱਡੀ ਐਂਗਸ ਰੀਡ ਇੰਸਟੀਚਿਊਟ ਨੇ ਕੀਤੀ ਆ ਤੇ ਜਿਹੜੀ ਇਹ ਕਹਿੰਦੀ ਆ ਕਿ ਅੱਧੇ ਤੋਂ ਜ਼ਿਆਦਾ ਜਾਣੀ ਕਿ 56% ਲੋਕ ਹਜੇ ਵੀ ਘਰਾਂ ਤੋਂ ਹੀ ਕੰਮ ਕਰਨਾ ਚਾਹੁੰਦੇ ਆ ਤੇ ਜਿਹੜੇ ਉਹ ਜੇ ਉਹਨਾਂ ਨੂੰ ਕੰਮ ਤੇ ਸੱਦਿਆ ਗਿਆ ਤੇ ਉਹ ਕੋਈ ਹੋਰ ਨੌਕਰੀ ਲੱਭਣਗੇ, ਭਾਵ ਉਹ ਜਾਂ ਤਾਂ ਘਰ ਤੋਂ ਕੰਮ ਕਰਨਾ ਚਾਹੁੰਦੇ ਆ ਤੇ ਜਾਂ ਫਿਰ ਉਹ ਇਹ ਕੰਮ ਛੱਡ ਦੇਣਗੇ, ਮਤਲਬ ਦਫ਼ਤਰ ਦੇ ਆਫਿਸ ਦੇ ਵਿੱਚ ਨਹੀਂ ਜਾਣਗੇ।
ਕੁਛ ਲੋਕ ਜਿਹੜੇ ਆ ਇਸ ਇਹਦੇ ਜਿਹੜੇ ਲੰਬੇ ਬੈਨੀਫਿਟਸ ਆ ਉਹਨਾਂ ਨੂੰ ਦੇਖ ਰਹੇ ਆ ਘਰੋਂ ਕੰਮ ਕਰਨ ਦੇ। ਬਹੁਤ ਵਾਰੀ ਇਹਦੀਆਂ ਸਮੱਸਿਆਵਾਂ ਵੀ ਆਈਆਂ ਕਿ ਘਰੋਂ ਕੰਮ ਕਰਨ ਦੀ ਸਮੱਸਿਆ ਦੇ ਨਾਲ ਇਹ ਹੀ ਨਹੀਂ ਪਤਾ ਲੱਗਦਾ ਤੁਸੀਂ ਕੰਮ 'ਤੇ ਕਦੋਂ ਆ ਅਤੇ ਘਰ ਕਦੋਂ ਆ, ਦੋਵੇਂ ਚੀਜ਼ਾਂ ਆਪਸ ਦੇ ਵਿੱਚ ਰਲੀਆਂ ਆ। ਪਰ 56% ਲੋਕ ਇਹਦਾ ਫਾਇਦਾ ਮੰਨ ਰਹੇ ਆ ਕਿ ਘੱਟੋ ਘੱਟ ਇੱਕ ਇਹ ਵੀ ਵੱਡਾ ਕਾਰਨ ਜਾਂਦਾ ਕਿ ਕਿਸੇ ਨੇ ਕੰਮ ਦੇ ਉੱਤੇ ਜਾਣਾ, ਉਹਦਾ 1 ਘੰਟਾ ਕੰਮ 'ਤੇ ਜਾਣ ਨੂੰ ਲੱਗ ਰਿਹਾ, 1 ਘੰਟਾ ਉਹਦਾ ਕੰਮ 'ਤੇ ਘਰ ਵਾਪਸ ਆਉਣ ਨੂੰ ਲੱਗ ਰਿਹਾ, ਉਹ ਟਾਈਮ ਵੀ ਬਚ ਰਿਹਾ ਆ। ਪਰ ਉਹਦੇ ਤੋਂ ਬਾਅਦ ਵੀ ਹੋਰ ਬਹੁਤ ਸਾਰੇ ਕਾਰਨ ਇਹਦੇ ਦੱਸੇ ਜਾ ਰਹੇ ਆ ਕਿ ਜਿਹੜਾ ਵਰਕਰ ਆ ਜਿਹਨੇ ਕੰਮ ਕਰਨਾ ਉਹ ਆਪਣੇ ਕੰਮ ਨੂੰ ਆਪਣੇ ਅਕੋਰਡਿੰਗਲੀ ਸਪਲਿਟ ਕਰ ਲੂਗਾ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਪ੍ਰੈਫਰ ਕਰਦਾ ਆ। ਇਹ ਵੀ ਇੱਕ ਖਾਸ ਗੱਲ ਦੱਸੀ ਜਾ ਰਹੀ ਆ। ਅਤੇ ਦੂਜਾ ਇਹਦੇ ਵਿੱਚ ਇਹ ਜਿਹੜੀ ਹੁਣ ਐਂਗਸ ਰੀਡ ਦੀ ਆ, ਪਹਿਲਾਂ ਜਦੋਂ ਇਹਨਾਂ ਨੇ ਸਰਵੇ ਕੀਤਾ ਸੀ, ਪੋਲ ਸੀਗੀ, ਉਹਦੇ ਵਿੱਚ ਡਾਟਾ ਕੁਛ ਹੋਰ ਕਹਿੰਦਾ ਸੀ। ਪਿਛਲੀ ਜਿਹੜੀ ਲਾਸਟ ਸਮਰ ਦੇ ਵਿੱਚ ਇਹੀ ਉਹਨਾਂ ਨੇ ਪੋਲ ਕੀਤੀ ਸੀ ਤਾਂ ਉਹਦੇ ਵਿੱਚ ਸਿਰਫ ਉਹਦੇ ਨਾਲੋਂ 10% ਵਾਧਾ ਹੋ ਗਿਆ ਲੋਕਾਂ ਦਾ ਜਿਹੜੇ ਕੰਮ ਦੇ ਉੱਤੇ ਵਾਪਸ ਨਹੀਂ ਆਉਣਾ ਚਾਹੁੰਦੇ। ਸੋ ਜਿੰਨਾ ਚਿਰ ਸਮਾਂ ਲੰਘੀ ਜਾ ਰਿਹਾ ਉੱਦਾਂ ਹੀ ਲੋਕ ਘਰਾਂ ਵਿੱਚੋਂ ਕੰਮ ਕਰਨ ਦੇ ਆਦੀ ਹੋ ਰਹੇ ਆ। ਹੁਣ ਬਾਵਜੂਦ ਪਾਬੰਦੀਆਂ ਚੱਕਣ ਦੇ, ਸਾਰਾ ਕੁਛ ਹੋਣ ਦੇ, ਲੋਕ ਘਰਾਂ ਤੋਂ ਹੀ ਕੰਮ ਕਰਨਾ ਚਾਹੁੰਦੇ ਆ। ਸਿਟੀ ਆਫ ਮਿਸੀਸਾਗਾ ਦੇ ਵਿੱਚ ਇੱਕ ਜਿਹੜੇ ਸਪੀਡ ਕੈਮਰੇ ਲੱਗੇ ਆ ਉਹਨਾਂ ਦੇ ਕੁਛ ਡਾਟੇ ਸਾਹਮਣੇ ਆਏ ਆ। 2021 ਦੇ ਵਿੱਚ ਉਹਨਾਂ ਨੇ 4800 ਟਿਕਟਸ ਦਿੱਤੀਆਂ ਸਿਟੀ ਆਫ ਮਿਸੀਸਾਗਾ ਨੇ। ਡਾਟਾ ਉਹਨਾਂ ਨੇ ਰਿਲੀਜ਼ ਕੀਤਾ ਅੱਜ ਵੀਰਵਾਰ ਨੂੰ, ਜਿਹਦੇ ਵਿੱਚ ਦੱਸਦੇ ਸੀ 451 ਰਿਪੀਟ ਅਫੈਂਡਰਸ ਆ ਜਿਹੜੇ ਮਤਲਬ ਇੱਕ ਕੱਲਾ ਵਹੀਕਲ ਉਹੀ ਪਿਛਲੇ ਸਾਲ ਪੂਰੇ ਸਾਲ ਦੇ ਵਿੱਚ 8 ਟਿਕਟਾਂ ਜਿਹੜਾ ਲੈ ਗਿਆ, ਕਿਉਂਕਿ ਉੱਥੇ ਆਟੋਮੇਟਡ ਸਪੀਡ ਐਨਫੋਰਸਮੈਂਟ ਕੈਂਪੇਨ ਸ਼ੁਰੂ ਕੀਤੀ ਗਈ ਆ। ਕੈਮਰੇ ਲੱਗੇ ਆ, ਉਹਨਾਂ ਦੇ ਉੱਤੇ ਆਪਣੇ ਆਪ ਹੀ ਸਪੀਡ ਜਿਹੜੀ ਉਹ ਫੜੀ ਜਾਂਦੀ ਹੈ। ਅਗਸਤ ਤੋਂ ਲੈ ਕੇ ਦਸੰਬਰ 2021 ਤੱਕ 12 ਕੈਮਰੇ ਮਿਸੀਸਾਗਾ ਦੇ ਵਿੱਚ ਲਾਏ ਗਏ ਸੀ ਅਤੇ ਜਿਹੜੇ ਲੱਗੇ ਆ ਉਹਨਾਂ ਦੇ ਵਿੱਚ 4827 ਟਿਕਟਸ ਇਸ਼ੂ ਕੀਤੇ ਗਏ ਆ, ਜਿਹੜੇ 91% ਆ ਜਿਹੜਾ ਟੋਟਲ ਜਦੋਂ ਦੇ ਇਹ ਜੁਲਾਈ 2021 ਤੋਂ ਲੈ ਕੇ ਸ਼ੁਰੂ ਕੀਤੇ ਗਏ ਸੀ। ਇਸ ਡਾਟੇ ਦੇ ਆਧਾਰ ਦੇ ਉੱਤੇ ਇਹ ਕੈਮਰੇ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਜਦੋਂ ਦੇਖ ਰਹੇ ਆ ਕਿ ਇਹਨਾਂ ਨੇ ਕਿੰਨੇ ਟਿਕਟਸ ਕਿਹੜੇ ਇੰਟਰਸੈਕਸ਼ਨ ਦੇ ਉੱਤੇ ਕਿੰਨੀਆਂ ਟਿਕਟਸ ਦਿੱਤੀਆਂ ਗਈਆਂ, ਉਹ ਡਾਟਾ ਵੀ ਸਾਹਮਣੇ ਆਇਆ। ਅਤੇ ਜਿਹੜੀ ਕਲੋਨੀਅਲ ਡਰਾਈਵ ਆ ਮਿਸੀਸਾਗਾ ਦੇ ਵਿੱਚ ਜਿਹੜਾ ਉੱਥੇ ਕੈਮਰਾ ਆ, ਉੱਥੇ ਸਭ ਤੋਂ ਵੱਧ ਟਿਕਟਸ ਦਿੱਤੀਆਂ ਗਈਆਂ। ਉਸ ਥਾਂ ਦੇ ਉੱਤੇ ਸਭ ਤੋਂ ਵੱਧ ਲੋਕਾਂ ਨੇ ਇਸ ਜਿਹੜੇ ਨਿਯਮ ਆ ਉਹਨਾਂ ਦੀ ਉਲੰਘਣਾ ਕੀਤੀ ਅਤੇ ਉਹਨਾਂ ਨੂੰ ਟਿਕਟਸ ਦਿੱਤੀਆਂ ਗਈਆਂ। ਇਹ ਡਾਟਾ ਜਿਹੜਾ ਸਾਹਮਣੇ ਆ ਰਿਹਾ, ਔਰ ਇਹ ਡਾਟਾ ਦੱਸਣ ਦਾ ਮਤਲਬ ਇਹੀ ਆ ਕਿ ਲੋਕਾਂ ਨੂੰ ਬਹੁਤੀ ਵਾਰੀ ਟਿਕਟ ਮਿਲ ਵੀ ਜਾਂਦੀ ਆ, ਉਹਦੇ ਤੋਂ ਬਾਅਦ ਵੀ ਉਹ ਸਪੀਡਿੰਗ ਉਸੇ ਤਰ੍ਹਾਂ ਜਾਰੀ ਰੱਖਦੇ ਆ। ਜਿਹੜੇ ਕੈਮਰੇ ਆ ਉਹ ਸਕੂਲ ਜ਼ੋਨ ਦੇ ਵਿੱਚ ਵੀ 30 ਕਿਲੋਮੀਟਰ ਪਰ ਆਵਰ ਦੀ ਸਪੀਡ ਵਾਲੇ ਸੇਫਟੀ ਜ਼ੋਨ ਜਿਹੜੇ ਆ ਉੱਥੇ ਲਾਏ ਜਾਂਦੇ ਆ, ਉੱਥੇ ਵੀ ਲੋਕਾਂ ਨੂੰ ਸਪੀਡਿੰਗ ਕਰਦੇ ਦੇਖਿਆ ਜਾ ਰਿਹਾ। ਅਤੇ ਇਹ ਟਿਕਟਸ ਦੱਸ ਰਹੀਆਂ ਆ ਕਿ ਇਹਨਾਂ ਕੈਮਰਿਆਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਾਟਾ ਜਦੋਂ ਹੋਰ ਸਾਹਮਣੇ ਆਊਗਾ ਅਤੇ ਉਹ ਦੱਸਿਆ ਜਾਊਗਾ ਕਿ ਜਿਹੜਾ ਇਹਦੇ ਨਾਲ ਕੋਈ ਉਹਦੇ ਉੱਤੇ ਰੋਕ ਲੱਗ ਰਹੀ ਆ ਜਾਂ ਨਹੀਂ ਲੱਗ ਰਹੀ। ਡਰਾਈਵਰ ਜਿਹੜੇ 50 ਕਿਲੋਮੀਟਰ ਤੋਂ ਉੱਤੇ ਸਪੀਡ ਦੇ ਉੱਤੇ ਜਾਂਦੇ ਆ ਉਹਨਾਂ ਨੂੰ ਟਿਕਟ ਮੇਲ ਦੇ ਰਾਹੀਂ ਆ ਜਾਂਦੀ ਹੈ ਅਤੇ ਉਹਦੇ ਉੱਤੇ ਇੱਕ ਸੈੱਟ ਫਾਈਨ ਆ ਅਤੇ ਜਿਹੜਾ ਤੁਹਾਨੂੰ ਦੇਣਾ ਪੈਂਦਾ। ਇਹਦੇ ਹੋਰ ਅੰਕੜੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣ ਦੀ ਸੰਭਾਵਨਾ ਆ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਪਾਂ ਗੱਲਬਾਤ ਕਰਨੀ ਆ ਸੁਖ ਧਾਲੀਵਾਲ ਹੋਣਾ ਨਾਲ, ਮੈਂਬਰ ਪਾਰਲੀਮੈਂਟ ਜਿਹੜੀ ਇੱਥੋਂ ਡਾਇਰੈਕਟ ਫਲਾਈਟ ਅੰਮ੍ਰਿਤਸਰ ਨੂੰ ਜਾਣ ਦੀ ਗੱਲਬਾਤ ਚੱਲ ਰਹੀ ਹੈ, ਉਹ ਹੁਣ ਕਿੱਥੇ ਕੁ ਰੁਕੀ ਆ, ਨਵਾਂ ਮਾਮਲਾ ਉਹਦੇ ਵਿੱਚ ਕੀ ਸਾਹਮਣਾ ਆਇਆ। ਬਾਅਦ ਦੇ ਵਿੱਚ ਤੁਹਾਨੂੰ ਕੋਮਾਗਾਟਾਮਾਰੂ ਮੈਮੋਰੀਅਲ ਦੇ ਉੱਤੇ ਲੈ ਕੇ ਜਾਂਦੇ ਹਾਂ, ਜਿੱਥੇ ਅਗਸਤ ਦੇ ਵਿੱਚ ਪੇਂਟ ਕੀਤਾ ਸੀ ਇੱਕ ਵਿਅਕਤੀ ਨੇ ਜਾਣਬੁੱਝ ਕੇ ਉਹਨੂੰ ਫੜ ਲਿਆ ਗਿਆ, ਉਹਦੇ ਨਾਲ ਗੱਲਬਾਤ ਕਰਦੇ ਹਾਂ। ਅਤੇ ਅਗਲੇ ਹਿੱਸੇ ਦੇ ਵਿੱਚ ਆਪਾਂ ਗੁਰਪ੍ਰੀਤ ਸਿੰਘ ਸੋਤਾ ਹੋਣਾ ਨਾਲ ਗੱਲਬਾਤ ਕਰਨੀ ਹੈ ਘਰਾਂ ਦੀ ਮਾਰਕੀਟ ਬਾਰੇ। ਕੈਨੇਡਾ ਤੋਂ ਵੈਨਕੂਵਰ ਤੋਂ ਅੰਮ੍ਰਿਤਸਰ ਨੂੰ ਫਲਾਈਟਸ ਬਹੁਤ ਚਰਚਾ ਦਾ ਵਿਸ਼ਾ ਰਹੀਆਂ ਅਤੇ ਕੁਛ ਨਵੀਆਂ ਜਾਣਕਾਰੀਆਂ ਨਿੱਤ ਸਾਹਮਣੇ ਆ ਰਹੀਆਂ। ਇੱਕ ਜਾਣਕਾਰੀ ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ, ਜਿਹਦੇ ਵਿੱਚ ਕਿਹਾ ਇਹ ਜਾ ਰਿਹਾ ਕਿ ਅਸਲ ਦੇ ਵਿੱਚ ਕੈਨੇਡਾ ਤੋਂ ਅੰਮ੍ਰਿਤਸਰ ਫਲਾਈਟਸ ਜਾ ਹੀ ਨਹੀਂ ਸਕਦੀਆਂ। ਉਹਦੀ ਕੋਈ ਮਨਜ਼ੂਰੀ ਇਸ ਮਾਮਲੇ ਦੇ ਵਿੱਚ ਨਹੀਂ ਹੈ। ਇਹ ਸਾਰੇ ਕੁਛ ਨੂੰ ਮੁੱਢੋਂ ਸੁੱਢੋਂ ਚੇਂਜ ਕਰਨ ਦੀ ਲੋੜ ਆ ਅਤੇ ਇਸ ਮਾਮਲੇ ਦੇ ਵਿੱਚ ਲੋਕ ਥੋੜ੍ਹੇ ਜਿਹੇ ਚਿੰਤਤ ਵੀ ਹੁੰਦੇ ਆ ਕਿ ਕੀ ਇਹ ਫਲਾਈਟਸ ਸ਼ੁਰੂ ਹੋਣਗੀਆਂ ਜਾਂ ਕਈ ਵਾਰੀ ਇਹ ਇੱਕ ਜਿਹੜੀ ਗੱਲਬਾਤ ਹੀ ਰਹਿ ਜਾਂਦੀ ਹੈ। ਬਹੁਤ ਸਮਾਂ ਪਹਿਲਾਂ ਐਬਸਫੋਰਡ ਤੋਂ ਅੰਮ੍ਰਿਤਸਰ ਨੂੰ ਫਲਾਈਟਸ ਦੀ ਵੀ ਚਰਚਾ ਚੱਲੀ ਸੀ, ਜਿਹੜੀ ਬਾਅਦ ਦੇ ਵਿੱਚ ਉੱਥੇ ਹੀ ਖਤਮ ਹੋ ਗਈ ਸੀ। ਇਹਦੇ ਨਾਲ ਕਿਤੇ ਇਸ ਤਰ੍ਹਾਂ ਨਹੀਂ ਹੋਊਗਾ, ਕਿੱਥੇ ਕੁ ਗੱਲ ਪਹੁੰਚ ਚੁੱਕੀ ਆ। ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਹੋਣਾ ਨਾਲ ਗੱਲਬਾਤ ਕਰਨ ਦੇ ਲਈ ਅਸੀਂ ਆਏ ਹਾਂ। ਧਾਲੀਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮਿਹਰਬਾਨੀ ਕਿ ਤੁਸੀਂ ਬਹੁਤ ਸ਼ਾਰਟ ਨੋਟਿਸ 'ਤੇ ਸਾਨੂੰ ਸਮਾਂ ਦਿੰਦੇ ਹੋ ਔਰ ਬਿਜ਼ੀ ਤੁਹਾਡਾ ਸਕੈਜੂਲ ਆ, ਤੁਸੀਂ ਸਾਨੂੰ ਸਮਾਂ ਦਿੱਤਾ। ਕੀ ਹਾਲਤ ਆ ਜੀ ਇਸ ਵੇਲੇ ਫਲਾਈਟਸ ਦੀ? ਜਿਹੜੀ ਨਵੀਂ ਜਾਣਕਾਰੀ ਆ ਰਹੀ ਹੈ ਕੀ ਆ?
ਸਾਨੂੰ ਪਹਿਲਾਂ ਧੰਨਵਾਦ ਜਸਕਰਨ ਜੀ ਤੁਹਾਡਾ ਔਰ ਚੈਨਲ ਪੰਜਾਬੀ ਦਾ, ਕਿਉਂਕਿ ਇੱਕ ਅਹਿਮ ਮਸਲਾ ਹੈਗਾ ਜਿਹੜਾ ਸਮੇਂ ਮੁਤਾਬਕ ਜਿਹੜਾ ਉਹ ਪਾਰਲੀਮੈਂਟ 'ਚ ਵੀ ਉੱਠਦਾ ਰਿਹਾ ਔਰ ਅਸੀਂ ਵੀ ਮਿਨਿਸਟਰ ਦੇ ਨਾਂ ਉਠਾਉਂਦੇ ਰਹੇ, ਕਿਉਂਕਿ ਕੋਵਿਡ ਆਉਣ ਤੋਂ ਪਹਿਲਾਂ ਜਦੋਂ ਰੂਬੀ ਸੋਤਾ ਨੇ ਪਟੀਸ਼ਨ ਪੇਸ਼ ਕੀਤੀ, ਅਸੀਂ ਵੀ ਜਿਹੜੀ ਸੀਗੀ ਮੰਤਰੀ ਦੇ ਨਾਲ ਇਸ ਵਿਸ਼ੇ 'ਤੇ ਗੱਲ ਕੀਤੀ। ਤੁਸੀਂ ਬਿਲਕੁਲ ਸਹੀ ਕਿਹਾ ਕਿ ਇਸ ਵੇਲੇ ਜਿਹੜਾ ਐਗਰੀਮੈਂਟ ਹੈਗਾ ਇੰਡੀਆ ਦਾ ਅਤੇ ਕੈਨੇਡਾ ਦਾ ਜੁਆਇੰਟ ਐਗਰੀਮੈਂਟ ਆ, ਉਹਦੇ ਵਿੱਚ ਅੰਮ੍ਰਿਤਸਰ ਸ਼ਹਿਰ ਨਹੀਂ ਗਾ, ਉਹਦੇ ਵਿੱਚ ਹੋਰ 6 ਸ਼ਹਿਰ ਨੇ, ਜਿਹਦੇ ਵਿੱਚ ਬੰਬੇ, ਕਲਕੱਤਾ, ਹੈਦਰਾਬਾਦ, ਚੇਨਈ, ਦਿੱਲੀ। ਜਦੋਂ ਇਹ ਸ਼ਹਿਰ ਦੇਖਦੇ ਹਾਂ ਤਾਂ ਉਹਦੇ ਵਿੱਚ ਇਸ ਵੇਲੇ ਜਿਹੜਾ ਚੰਡੀਗੜ੍ਹ ਅਤੇ ਅੰਮ੍ਰਿਤਸਰ ਨਹੀਂ ਹੈਗਾ। ਔਰ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਇੱਕ ਸ਼ਹਿਰ ਕਿਸ ਤਰੀਕੇ ਦੇ ਨਾਲ ਵਿੱਚ ਪੈਂਦੇ ਹੈਗੇ ਆ, ਇਹ ਅਸੀਂ ਖੁੱਲ੍ਹੀ ਗੱਲਬਾਤ ਮਿਨਿਸਟਰ ਨਾਲ ਵਾਰ-ਵਾਰ ਹੋਈ ਆ। ਇਹ ਡਿਪੈਂਡ ਕਰਦਾ ਏਅਰ ਕੈਨੇਡਾ 'ਤੇ ਜਾਂ ਏਅਰ ਇੰਡੀਆ 'ਤੇ। ਸੋ ਏਅਰ ਇੰਡੀਆ ਆਪਦੀ ਗੌਰਮੈਂਟ ਨੂੰ ਆਸ ਕਰਦਾ, ਏਅਰ ਕੈਨੇਡਾ ਸਾਨੂੰ ਜਿਹੜਾ ਉਹ ਆਸ ਕਰੇ ਕਿ ਅਸੀਂ ਆਪਣੀ ਫਲਾਈਟ ਜਿਹੜੀ ਆ ਉਹ ਅੰਮ੍ਰਿਤਸਰ ਜਾਂ ਚੰਡੀਗੜ੍ਹ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਅਸੀਂ ਜਿਹੜੀ ਉਹਦੀ ਮਨਜ਼ੂਰੀ ਆ ਉਹ ਉਹਨਾਂ ਨੂੰ ਦੇ ਦਾਂਗੇ ਵੀ ਭਾਈ ਸਾਨੂੰ ਕੋਈ ਨਹੀਂ, ਕਿਉਂਕਿ ਅਸੀਂ ਪਿੱਛੇ ਵੀ ਕੋਸ਼ਿਸ਼ ਕਰ ਰਹੇ ਹਾਂ। ਪਹਿਲਾਂ 22 ਫਲਾਈਟਸ ਜਿਹੜੀਆਂ ਸੀਗੀਆਂ ਹਫ਼ਤੇ ਦੀਆਂ ਜਾਂਦੀਆਂ ਹੁੰਦੀਆਂ ਸੀ, ਉਹਦੇ ਵਿੱਚੋਂ ਅਸੀਂ ਵਧਾ ਕੇ ਜਿਹੜੀਆਂ ਹੁਣ 35 ਫਲਾਈਟਸ ਜਿਹੜੀਆਂ ਨੇ ਉਹ ਕਰ ਦਿੱਤੀਆਂ। ਔਰ ਇੱਕ ਇਹ ਵੀ ਕੰਸਟੇਂਟ ਹੈਗਾ ਵੀ ਇਹ ਨਹੀਂ ਵੀ ਸਾਰੀਆਂ 35 ਦੀਆਂ 35 ਫਲਾਈਟਸ ਅੰਮ੍ਰਿਤਸਰ ਚੱਲ ਜਾਣਗੀਆਂ। ਵੱਧੋ ਵੱਧ ਜਿਹੜੀਆਂ ਹਫ਼ਤੇ ਦੀਆਂ ਫਲਾਈਟਸ ਇੱਕ ਸ਼ਹਿਰ 'ਚ ਜਾ ਸਕਦੀਆਂ ਉਹ 14 ਨੇ, ਠੀਕ ਹੈ ਨਾ। ਹੁਣ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹਾਂ, ਅੱਜ ਤੋਂ ਕੋਵਿਡ ਤੋਂ ਪਹਿਲਾਂ ਜਿਹੜੀ ਏਅਰ ਕੈਨੇਡਾ ਨਾਲ ਸਾਡੀ ਗੱਲ ਹੋਈ ਸੀ, ਉਹ ਕਹਿੰਦੇ ਸੀ ਜੀ ਫਿਜੀਬਲ ਨਹੀਂ ਹੈ ਅੰਮ੍ਰਿਤਸਰ ਨੂੰ ਫਲਾਈਟ ਉਸ ਵੇਲੇ ਲੈ ਕੇ ਜਾਣਾ। ਪਰ ਹੁਣ ਜਿਹੜੇ ਹਾਲਾਤ ਬਦਲੇ ਹੋਏ ਆ, ਕਿਉਂਕਿ ਉਹ ਦੇਖ ਰਹੇ ਸੀ ਵੀ ਸਾਡੀ ਬਿਜ਼ਨਸ ਕਲਾਸ ਜਿਹੜੀ ਆ ਉਹ ਫੁੱਲ ਨਹੀਂ ਜਾਂਦੀ, ਠੀਕ ਹੈ ਨਾ। ਪਰ ਅੱਜ ਮੈਂ ਦੇਖ ਰਿਹਾ ਕਿ ਬਿਜ਼ਨਸ ਕਲਾਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਬੈਕ ਐਂਡ ਫੋਰਥ ਟਰੈਵਲ ਜਿਹੜਾ ਵਾ ਉਹ ਕਰ ਰਹੇ ਆ। ਔਰ ਇਹਦੇ ਵਿੱਚ ਜੇ ਏਅਰ ਕੈਨੇਡਾ ਆਉਂਦਾ ਹੈਗਾ ਸਾਡੇ ਕੋਲ ਮਿਨਿਸਟਰ ਕੋਲ, ਅਤੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਉਹ ਮਨਜ਼ੂਰੀ ਉਹਨਾਂ ਨੂੰ ਜਿਹੜੀ ਆ ਉਹ ਮਿਲ ਜਾਣੀ। ਔਰ ਅਸੀਂ ਵੀ ਪ੍ਰੋਐਕਟਿਵਲੀ ਜਿਹੜਾ ਹੈਗਾ ਏਅਰ ਕੈਨੇਡਾ ਨਾਲ ਗੱਲਬਾਤ ਕਰ ਰਹੇ ਹਾਂ। ਐਜ਼ ਲਿਬਰਲ ਕਾਕਸ ਮੈਂਬਰ ਜਿਹੜੇ ਨੇ, ਇਕੱਲਾ ਮੈਂ ਹੀ ਨਹੀਂ, ਹੋਰ ਵੀ ਮੈਂਬਰ ਜਿਹੜੇ ਨੇ ਈਸਟ ਕੋਸਟ ਤੋਂ ਵੀ, ਅਸੀਂ ਏਅਰ ਕੈਨੇਡਾ ਦੇ ਨਾਲ ਇਹ ਗੱਲਬਾਤ ਚੱਲ ਰਹੀ ਆ ਵੀ ਭਾਈ ਤੁਸੀਂ ਦੱਸੋ ਵੀ ਹੁਣ ਫਿਜੀਬਲ ਹੈਗਾ, ਨੰਬਰ 1। ਨੰਬਰ 2, ਉਹਨਾਂ ਨੂੰ ਇਹ ਕਹਿਣਾ ਵੀ ਜੇ ਤੁਸੀਂ ਆਸ ਕਰਦੇ ਹੈਗੇ ਹੋ ਤਾਂ ਸਾਡੀ ਗੌਰਮੈਂਟ ਜਿਹੜੀ ਹੈਗੀ ਆ ਉਹ ਵਿਲਿੰਗ ਟੂ ਗਿਵ ਦੈਮ ਗੋ ਹੈਡ। ਅਤੇ ਜਿਹੜੀ ਫਿਰ ਬ੍ਰੈਡ ਵੈਸਟ ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਇਹ ਮਤਲਬ ਠੀਕ ਡਾਇਰੈਕਸ਼ਨ 'ਚ ਇਸੇ ਤਰ੍ਹਾਂ ਚੱਲਿਆ ਜਾਣਾ ਕਿ ਪਹਿਲਾਂ ਏਅਰ ਕੈਨੇਡਾ ਜਾਂ ਏਅਰ ਇੰਡੀਆ ਨੂੰ ਇਹਦੇ ਲਈ ਜਿਹੜੀ ਮਨਜ਼ੂਰੀ ਲਈ ਤੁਹਾਡੇ ਕੋਲ ਅਪਲਾਈ ਕਰਨਾ ਪਊਗਾ? ਬਿਲਕੁਲ ਤੁਸੀਂ ਜਿਹੜਾ ਸਹੀ ਜਿਹੜੇ ਕਹੇ ਆ। ਦੇਖੋ ਪਹਿਲਾਂ ਰੂਬੀ ਨੇ ਵੀ ਇਹ ਪਟੀਸ਼ਨ ਪੇਸ਼ ਕੀਤੀ, ਹੁਣ ਪਟੀਸ਼ਨ ਹੈਗੀ ਮੇਰੇ ਕੋਲ ਵੀ ਆਉਣ ਕੱਲ੍ਹ ਨੂੰ ਲੈ ਕੇ ਕੋਈ, ਤਾਂ ਮੈਂ ਵੀ ਇਹ ਪਟੀਸ਼ਨ ਤਾਂ ਪੇਸ਼ ਕਰਨੀ ਆ। ਪਟੀਸ਼ਨ ਪੇਸ਼ ਕਰਨਾ ਇੱਕ ਚੀਜ਼ ਹੈਗੀ ਆ, ਉਹ ਬ੍ਰੈਡ ਬਿਜ ਉਹਨਾਂ ਨੇ ਹੁਣ ਪੇਸ਼ ਕੀਤੀ, ਪਹਿਲਾਂ ਰੂਬੀ ਸੋਤਾ ਉਹਨਾਂ ਨੇ ਕੀਤੀ ਸੀ। ਉਹਦੇ ਵਿੱਚ ਕੀ ਹੈਗਾ ਕਿ ਅਸਲੀਅਤ ਜਿਹੜੀ ਇਹ ਹੈਗੀ ਆ ਕਿ ਏਅਰ ਕੈਨੇਡਾ ਜਿਹੜਾ ਹੈਗਾ ਉਹਨੂੰ ਪ੍ਰੋਐਕਟਿਵਲੀ, ਕਿਉਂਕਿ ਅਸੀਂ ਜਾ ਕੇ ਏਅਰ ਕੈਨੇਡਾ ਨੂੰ ਨਹੀਂ ਦੱਸ ਸਕਦੇ, ਗੌਰਮੈਂਟ ਜਿਹੜੀ ਆ ਉਹ ਏਅਰ ਕੈਨੇਡਾ ਨੂੰ ਨਹੀਂ ਦੱਸ ਸਕਦੀ ਵੀ ਤੁਸੀਂ ਆਪਦੀ ਫਲਾਈਟ ਇੱਥੇ ਲੈ ਕੇ ਜਾਓ ਜਾਂ ਉੱਥੇ ਨਾ ਲੈ ਕੇ ਜਾਓ। ਅਸੀਂ ਅੱਜ MP ਉਹਨਾਂ ਨੂੰ ਦੱਸ ਰਹੇ ਹਾਂ ਏਅਰ ਕੈਨੇਡਾ ਨੂੰ ਵੀ ਸਾਡੇ ਕੰਸਟੀਟੂਐਂਟਸ ਜਿਹੜੇ ਨੇ ਉਹ ਇਸ ਵੇਲੇ ਡਿਮਾਂਡ ਕਰ ਰਹੇ ਨੇ ਵੀ ਇਹ ਫਲਾਈਟ ਜਿਹੜੀ ਆ ਅੰਮ੍ਰਿਤਸਰ ਨੂੰ ਜਾਣੀ ਚਾਹੀਦੀ ਆ। ਅਤੇ ਇਹਦੇ ਵਿੱਚ ਇੰਡੀਆ ਸਰਕਾਰ ਦਾ ਅਤੇ ਕੈਨੇਡਾ ਸਰਕਾਰ ਦਾ ਨਹੀਂ ਕੋਈ ਬਹੁਤਾ ਸਿੱਧਾ ਕਿ ਉਹ ਕਿਹੜੇ ਜਿਹੜੇ ਕੁਛ ਹਵਾਈ ਅੱਡੇ ਮਨਜ਼ੂਰ ਆ ਉਹਦੀ ਮਨਜ਼ੂਰੀ ਦੇ ਲਈ ਵੀ ਏਅਰ ਕੈਨੇਡਾ ਨੂੰ ਅਪਲਾਈ ਕਰਨਾ ਪਊਗਾ? ਏਅਰ ਕੈਨੇਡਾ ਨੂੰ ਦੱਸਣਾ ਪਊਗਾ। ਦੇਖੋ ਜਦੋਂ ਏਅਰ ਕੈਨੇਡਾ ਸਾਡੇ ਕੋਲ ਆਉਂਦੀ ਆ, ਏਅਰ ਕੈਨੇਡਾ ਨੇ ਆ ਕੇ ਕਹਿਣਾ ਵੀ ਉਹ ਅੰਮ੍ਰਿਤਸਰ ਚੰਡੀਗੜ੍ਹ ਜਾਣਾ ਚਾਹੁੰਦੇ ਨੇ। ਜੇ ਉਹ ਜਾਣਾ ਚਾਹੁੰਦੇ ਨੇ ਅਤੇ ਸਾਡੀ ਜਿਹੜੇ ਵੱਲੋਂ ਮੈਨੂੰ ਨਹੀਂ ਲੱਗਦਾ ਗੌਰਮੈਂਟ ਵੱਲੋਂ ਕੋਈ ਪ੍ਰੋਬਲਮ ਨਹੀਂ ਗੀ। ਗੌਰਮੈਂਟ ਜਿਹੜੀ ਹੈਗੀ ਆ, ਮਿਨਿਸਟਰ ਜਿਹੜਾ ਹੈਗਾ ਉਹ ਵਿਲਿੰਗ ਟੂ ਗਿਵ ਗੋ ਹੈਡ। ਪਰ ਇਵੈਂਚੁਅਲੀ ਜਿਹੜਾ ਹੈਗਾ ਇਹ ਬਿਲਕੁਲ ਜਿਹੜਾ ਕਹਿੰਦੇ ਆ ਵੀ ਪਟੀਸ਼ਨ ਗੌਰਮੈਂਟ ਨੂੰ ਪੇਸ਼ ਕਰਤੀ ਵੀ ਗੌਰਮੈਂਟ ਇਹ ਕਰੇ। ਗੌਰਮੈਂਟ ਅਸੀਂ ਪ੍ਰੋਐਕਟਿਵਲੀ ਕੰਮ ਤਾਂ ਕਰ ਰਹੇ ਹਾਂ ਵੀ ਸਾਨੂੰ ਜਿਹੜੀਆਂ ਨੇ ਵੀ ਸਾਡੇ 'ਤੇ ਪ੍ਰੈਸ਼ਰ ਹੈਗਾ ਸਾਡੇ ਕੰਸਟੀਟੂਐਂਟਸ ਦਾ ਵੀ ਤੁਸੀਂ ਫਲਾਈਟ ਜਿਹੜੀ ਆ, ਅਸੀਂ ਏਅਰ ਕੈਨੇਡਾ ਨੂੰ ਕਹਿ ਰਹੇ ਹਾਂ ਐਜ਼ ਮੈਂਬਰਸ ਆਫ ਪਾਰਲੀਮੈਂਟ ਵੀ ਤੁਸੀਂ ਭਾਈ ਇਹ ਫਲਾਈਟ ਲਾਓ ਅੰਮ੍ਰਿਤਸਰ ਨੂੰ, ਠੀਕ ਹੈ। ਜਿੰਨੀ ਕੁ ਗੱਲ ਹੁਣ ਸਮਝ ਆ ਰਹੀ ਆ ਕਿ ਲੋਕਾਂ ਨੇ ਸਰਕਾਰ ਨੂੰ ਪਟੀਸ਼ਨ ਪਾ ਕੇ ਪ੍ਰੈਸ਼ਰ ਪਾ ਦਿੱਤਾ, ਸਰਕਾਰ ਤੁਸੀਂ ਮੰਨ ਰਹੇ ਹੋ ਇਸ ਗੱਲ 'ਤੇ ਵੀ ਅਸੀਂ ਆਗਿਆ ਦੇ ਦਾਂਗੇ, ਪਰ ਆਗਿਆ ਹੁਣ ਏਅਰ ਕੈਨੇਡਾ ਨੇ ਲੈਣੀ ਹੈ। ਆਗਿਆ ਏਅਰ ਕੈਨੇਡਾ ਨੇ ਲੈਣੀ, ਪਹਿਲ ਉਹਨਾਂ ਨੇ ਕਰਨੀ ਹੈਗੀ। ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਕਿ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵੇਲੇ। ਮੈਂ ਆਲਰੇਡੀ ਜਿਹੜਾ ਵਾ ਉਹ ਮੰਤਰੀ ਦੇ ਆਫਿਸ ਦੇ ਨਾਲ ਔਰ ਹੋਰ ਮੈਂਬਰਸ ਪਾਰਲੀਮੈਂਟ ਈਸਟ ਕੋਸਟ ਤੋਂ, ਚਾਹੇ ਰੂਬੀ ਸੋਤਾ ਨੇ ਚਾਹੇ ਹੋਰ ਨੇ, ਅਸੀਂ ਇਸ ਗੱਲ 'ਤੇ ਜਿਹੜਾ ਹੈਗਾ ਉਹ ਗੱਲ ਕਰ ਰਹੇ ਹਾਂ ਵੀ ਸਾਨੂੰ ਉਹ ਕੰਟੈਕਟ ਦਿਓ ਏਅਰ ਕੈਨੇਡਾ ਦਾ, ਸਿੱਧਾ ਸਾਨੂੰ ਪਤਾ ਹੋਵੇ ਵੀ ਆਹ ਜਿਹੜਾ ਵਾ ਉਹ ਡਿਸੀਜਨ ਮੇਕਰ ਆ, ਤਾਂ ਕਿ ਅਸੀਂ ਉਸ ਬੰਦੇ 'ਤੇ ਜਿਹੜਾ ਵਾ ਉਹ ਜਿਹੜਾ ਵੀ ਉਹ ਅਫੀਸ਼ੀਅਲ ਹੈਗਾ ਉਹ 'ਤੇ ਪ੍ਰੈਸ਼ਰ ਪਾਈਏ ਵੀ ਭਾਈ ਇਸ ਵੇਲੇ ਤੁਸੀਂ ਦੁਬਾਰਾ ਹੁਣ, ਕਿਉਂਕਿ 2 ਸਾਲ ਕੋਵਿਡ ਤੋਂ ਬਾਅਦ ਹੁਣ ਲੰਘ ਗਏ ਆ, ਵੀ ਹੁਣ ਸਮਾਂ ਹੈਗਾ ਕਿ ਤੁਸੀਂ ਫਿਰ ਆਪਣੀ ਫਿਜੀਬਿਲਿਟੀ ਸਟੱਡੀ ਕਰੋ। ਇਹ ਸਾਨੂੰ ਪਤਾ ਕਿ ਫਿਜੀਬਲ ਹੈਗਾ, ਕਿਉਂਕਿ ਸਾਰਾ ਜਿਹੜਾ ਹਾਈਵੇ ਹੈਗਾ ਦਿੱਲੀ ਟੂ ਅੰਮ੍ਰਿਤਸਰ ਉਹ ਤਾਂ ਚੱਲਦਾ ਹੈਗਾ ਵਾ। ਇਹ ਜਿਹੜੇ ਪੰਜਾਬ ਨੂੰ ਜਾਣ ਵਾਲੇ ਲੋਕ ਨੇ, ਤੁਸੀਂ ਕਹਿ ਰਹੇ ਹੋ ਵੀ ਇਹ ਫਿਜੀਬਲ ਨਹੀਂ ਗਾ, ਠੀਕ ਹੈ ਨਾ।
ਤੇ ਮੈਨੂੰ ਲੱਗਦਾ ਕਿ 14 ਫਲਾਈਟਸ ਤੋਂ ਵੀ ਵੱਧ ਜਿਹੜੀਆਂ ਨੇ ਉਹ ਫਿਜ਼ੀਬਲ ਨੇ ਪੰਜਾਬ ਨੂੰ ਜਾਣੀਆਂ। ਇਹ ਅੰਮ੍ਰਿਤਸਰ ਵੀ ਜਾ ਸਕਦੇ ਆ, ਚੰਡੀਗੜ੍ਹ ਵੀ। ਇਸੇ ਕਰਕੇ ਮੈਂ ਇਹ ਕਹਿੰਦਾ ਵੀ ਇਕੱਲਾ ਅੰਮ੍ਰਿਤਸਰ ਦੀ ਬਜਾਏ ਸਾਨੂੰ ਦੋਨੇ ਸ਼ਹਿਰ ਜਿਹੜੇ ਆ ਉਹ ਪੁੱਛਣੇ ਚਾਹੀਦੇ ਆ ਕਿ ਭਾਈ ਅੰਮ੍ਰਿਤਸਰ ਤੇ ਚੰਡੀਗੜ੍ਹ ਜਿਹੜੀਆਂ ਦੋਨਾਂ ਨੂੰ ਫਲਾਈਟਸ ਜਿਹੜੀਆਂ ਏਅਰ ਕੈਨੇਡਾ ਜਿਹੜਾ ਵਾ ਉਹ ਰਿਕੁਐਸਟ ਕਰੇ। ਤੇ ਅਸੀਂ ਜਿਹੜਾ ਵਾ, ਮੈਂ ਇਹ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਮਿਨਿਸਟਰ ਇੰਨੇ ਚੰਗੇ ਨੇ ਔਰ ਵਧੀਆ ਹੈਗਾ ਵਾ, ਉਹ ਇਸ ਵੇਲੇ ਜਿਹੜਾ ਵਾ ਉਹ ਪੋਜ਼ਿਟਿਵ ਫੈਸਲਾ ਜਿਹੜਾ ਇਸ ਹੱਕ 'ਚ ਲੈਣਗੇ। ਤਾਲੂ ਸਾਹਿਬ, ਆਖਰੀ ਸਵਾਲ, ਹੁਣ ਜਿਹੜੀ ਗੱਲ ਆ ਉਹ ਏਅਰ ਕੈਨੇਡਾ ਦੇ ਹੱਥ ਦੇ ਵਿੱਚ ਆ, ਇਹ ਸਾਰਾ ਕੁਝ ਦੇਖਦੇ ਤੁਸੀਂ ਕਿੰਨੇ ਕਾਸ਼ਬੰਦਾਰੀਆਂ ਸ਼ੁਰੂ ਹੋ ਜਾਣਗੀਆਂ? ਦੇਖੋ, ਮੈਂ ਤਾਂ ਪੂਰਾ ਆਸਮੰਦ ਹਾਂ, ਕਿਉਂਕਿ ਰੀਜਨ ਪਤਾ ਕੀ ਹੈ, ਕਿਉਂਕਿ ਅਸੀਂ ਇਹ ਕਰ ਰਹੇ ਹਾਂ, ਅਸੀਂ ਐਜ਼ ਏ ਮੈਂਬਰਸ ਆਫ ਪਾਰਲੀਮੈਂਟ ਵਿਦਨ ਦਾ ਲਿਬਰਲ ਕਾਕਸ ਜਿਹੜੀਆਂ ਨੇ, ਮੈਨੂੰ ਬ੍ਰੈਡ ਵਿੱਚ ਵੀ ਮੇਰੇ ਨਾਲ ਇਕੱਠੀ ਸੀਟ 'ਤੇ ਅਸੀਂ ਬੈਠ ਕੇ ਦੇਖੋ, ਜਦੋਂ ਇਹੋ ਜਿਹਾ ਇਸ਼ੂ ਆਉਂਦਾ, ਮੈਂ ਪਾਰਟੀਜਨ ਨਹੀਂ, ਮੈਂ ਬ੍ਰੈਡ ਨੂੰ ਵੀ ਇਹੀ ਕਿਹਾ ਉੱਦਾਂ ਵੀ ਬ੍ਰੈਡ ਤੁਸੀਂ ਆਪਣੀ ਕੋਸ਼ਿਸ਼ ਕਰੋ, ਅਸੀਂ ਐਜ਼ ਮੈਂਬਰ ਆਫ ਪਾਰਲੀਮੈਂਟ ਅਸੀਂ ਕੋਸ਼ਿਸ਼ ਕਰਦੇ ਹਾਂ, ਇਹ ਸਾਰੇ ਰਲ ਕੇ ਕੋਸ਼ਿਸ਼ ਕਰਾਂਗੇ ਐਜ਼ ਮੈਂਬਰਸ ਆਫ ਪਾਰਲੀਮੈਂਟ, ਫਿਰ ਜਿਹੜੀ ਆ ਏਅਰ ਕੈਨੇਡਾ ਦੇ ਜਿਹੜੀ ਆ ਉਹ ਜੂਨ ਸਰਕੂਗੀ ਕੰਨ 'ਤੇ, ਫਿਰ ਉਹ ਜਿਹੜਾ ਵਾ ਉਹ ਰਿਕੁਐਸਟ ਕਰਨਗੇ। ਔਰ ਇਹ ਮੈਨੂੰ ਪੱਕਾ ਪਤਾ ਕਿ ਜਦੋਂ ਉਹਨਾਂ ਨੇ ਰਿਕੁਐਸਟ ਕੀਤੀ, ਨਾਲ ਲੱਗਦੀ ਜਿਹੜੀ ਆ ਮਿਨਿਸਟਰ ਜਿਹੜਾ ਵਾ ਉਸ ਨੂੰ ਅਪਰੂਵਲ ਦੇ ਦੇਣਗੇ ਤੇ ਫਲਾਈਟ ਚਾਲੂ ਹੋ ਜਾਣਗੀਆਂ। ਬਹੁਤ ਬਹੁਤ ਸ਼ੁਕਰੀਆ ਤਾਲੂ ਸਾਹਿਬ, ਮਿਹਰਬਾਨੀ ਜੀ। ਮਿਹਰਬਾਨੀ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਹੈ ਸੁਖ ਧਾਲੀਵਾਲ ਹੋਣਾ ਦੇ ਨਾਲ, ਔਰ ਗੱਲਬਾਤ ਕਾਫੀ ਹੱਦ ਤੱਕ ਸਾਫ਼ ਹੋ ਰਹੀ ਆ ਹੁਣ ਕਿ ਗੱਲ ਕਿੱਥੇ ਰੁਕੀ ਆ। ਔਰ ਇਹ ਸਾਰੇ ਕੁਝ ਦੇ ਬਾਵਜੂਦ ਜਿਸ ਤਰ੍ਹਾਂ ਲੋਕਾਂ ਦਾ ਪ੍ਰੈਸ਼ਰ ਹੈ, ਜਿਸ ਤਰ੍ਹਾਂ ਲਿਬਰਲ ਸਰਕਾਰ ਆਪਣਾ ਯਤਨ ਕਰ ਰਹੀ ਹੈ, ਲੱਗਦਾ ਹੈ ਕਿ ਇਹ ਫਲਾਈਟਸ ਸਿਰਫ ਅੰਮ੍ਰਿਤਸਰ ਹੀ ਨਹੀਂ, ਚੰਡੀਗੜ੍ਹ ਤੱਕ ਵੀ ਸ਼ੁਰੂ ਹੋ ਜਾਣਗੀਆਂ। ਇਸ ਗੱਲ ਲਈ ਸਾਨੂੰ ਆਸਵੰਦ ਰਹਿਣਾ ਚਾਹੀਦਾ। ਅਸੀਂ ਇਸ ਵੇਲੇ ਖੜ੍ਹੇ ਹਾਂ ਵੈਨਕੂਵਰ ਦੇ ਵਿੱਚ ਕਾਮਾਗਾਟਾ ਮਾਰੂ ਮੈਮੋਰੀਅਲ ਦੇ ਕੋਲ। ਕਾਮਾਗਾਟਾ ਮਾਰੂ ਮੈਮੋਰੀਅਲ ਉਹ ਥਾਂ ਜਿੱਥੇ ਅੱਜ ਤੋਂ 100 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਇੱਥੇ ਇਹਨਾਂ ਪਾਣੀਆਂ ਦੇ ਵਿੱਚ ਲੱਗਿਆ ਸੀ, ਅਤੇ ਇਹਨਾਂ ਪਾਣੀਆਂ ਦੇ ਵਿੱਚ ਉਹਨਾਂ 400 ਦੇ ਕਰੀਬ ਭਾਰਤੀਆਂ, ਜਿਨ੍ਹਾਂ ਵਿੱਚ ਕਿ ਬਹੁਤੇ ਪੰਜਾਬੀ ਸਨ, ਉਹਨਾਂ ਨੂੰ ਰੋਕ ਦਿੱਤਾ ਗਿਆ ਸੀ। ਨਸਲੀ ਵਿਤਕਰੇ ਕਾਰਨ ਉਹਨਾਂ ਨੂੰ ਇੱਥੇ ਧਰਤੀ ਦੇ ਉੱਤੇ ਉਤਰਨ ਨਹੀਂ ਦਿੱਤਾ ਗਿਆ ਸੀ। ਪਿਛਲੇ ਸਾਲ ਇਸ ਕਾਮਾਗਾਟਾ ਮੈਮੋਰੀਅਲ ਦੇ ਉੱਤੇ ਇੱਕ ਘਟਨਾ ਵਾਪਰੀ ਸੀ। ਇਹ ਘਟਨਾ ਕਿਤੇ ਨਾ ਕਿਤੇ ਉਸ ਨਸਲੀ ਵਿਤਕਰੇ ਦੇ ਕੁਛ ਬਾਕੀ ਬਚੇ ਅੰਸ਼ ਇਸ ਘਟਨਾ ਦੇ ਵਿੱਚੋਂ ਦੇਖੇ ਜਾ ਸਕਦੇ ਸਨ। ਇਸ ਥਾਂ ਦੇ ਉੱਤੇ ਉਹਨਾਂ ਲੋਕਾਂ ਦੇ ਨਾਵਾਂ ਨੂੰ ਉਕਰਿਆ ਗਿਆ ਆ ਜਿਹੜੇ ਲੋਕ ਇਸ ਜਹਾਜ਼ ਦੇ ਵਿੱਚ ਸ਼ਾਮਲ ਸਨ। ਇਹ ਸਾਰੇ ਨਾਵਾਂ ਦੇ ਉੱਤੇ ਇੱਕ ਵਿਅਕਤੀ ਨੇ ਚਿੱਟਾ ਪੇਂਟ ਕਰ ਦਿੱਤਾ ਸੀ। ਬਿਨਾਂ ਸ਼ੱਕ ਇਹਨੂੰ ਇੱਕ ਨਸਲੀ ਜਿਹੜੀ ਨਫ਼ਰਤ ਆ ਉਹਦੇ ਵਜੋਂ ਪੁਲਿਸ ਦੇਖ ਰਹੀ ਸੀ। ਅੱਜ ਇੱਥੇ ਆਉਣ ਦਾ ਮਕਸਦ ਇਹ ਆ ਕਿ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦਿਨ ਵੀ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਇੱਕ ਵਿਅਕਤੀ ਕਾਮਾਗਾਟਾ ਮਾਰੂ ਮੈਮੋਰੀਅਲ ਦੇ ਉੱਤੇ ਪੇਂਟ ਕਰ ਜਾਂਦਾ ਆ ਕੇ ਆਪਣੀ ਨਫ਼ਰਤ ਦਾ ਇਜ਼ਹਾਰ ਕਰਦਾ, ਅੱਜ ਦੇ ਸਮੇਂ ਵਿੱਚ ਵੀ 2021 ਵਿੱਚ ਵੀ। ਅੱਜ 2021 ਅਗਸਤ ਦੀ ਇਹ ਘਟਨਾ, ਜਦੋਂ ਇੱਥੇ ਇਹ ਸਾਰਾ ਪੇਂਟ ਕੀਤਾ ਗਿਆ ਸੀ, ਇਹਨਾਂ ਨਾਵਾਂ ਨੂੰ, ਜਿਨ੍ਹਾਂ ਨਾਵਾਂ ਦੇ ਜਿਹੜੇ ਨਾਂ ਇੱਥੇ ਉਕਰੇ ਗਏ ਨੇ, ਜਿਹੜੇ ਲੋਕ ਵੀ ਉਸ ਜਹਾਜ਼ ਦੇ ਵਿੱਚ ਚੜ੍ਹ ਕੇ ਇੱਥੇ ਆਏ ਸੀ, ਅੱਜ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਕਿ ਉਹਨੂੰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਹਦੇ ਕੋਲੋਂ ਪੁੱਛਿਆ ਜਾ ਰਿਹਾ ਕਿ ਉਹਨੇ ਇਸ ਤਰੀਕੇ ਨਾਲ ਕਿਉਂ ਕੀਤਾ। ਇੱਥੇ ਇਹ ਵੀ ਦੱਸਣਯੋਗ ਆ ਕਿ ਇਹ ਨਫ਼ਰਤ ਕਰਨ ਵਾਲੇ ਲੋਕ ਭਾਵੇਂ ਅੱਜ ਵੀ ਇੱਥੇ ਮੌਜੂਦ ਨੇ, ਪਰ ਇਹਨਾਂ ਦੀ ਗਿਣਤੀ ਓਨੀ ਜ਼ਿਆਦਾ ਨਹੀਂ ਆ। ਅੱਜ ਦਾ ਕੈਨੇਡਾ ਉਹ ਕੈਨੇਡਾ ਨਹੀਂ ਆ। ਜਦੋਂ ਇੱਕ ਵਿਅਕਤੀ ਪਿਛਲੇ ਸਾਲ ਇੱਥੇ ਆ ਕੇ ਪੇਂਟ ਕਰਕੇ ਗਿਆ ਸੀ, ਤਾਂ ਉਹਦੇ ਤੋਂ ਬਾਅਦ ਇੱਕ ਦੂਜਾ ਵਿਅਕਤੀ, ਜਿਹਨੇ ਆਪਣੀ ਪਛਾਣ ਨਹੀਂ ਸੀ ਦੱਸ ਰਿਹਾ, ਉਹਨੇ ਬਰੱਸ਼ ਲੈ ਕੇ ਅਤੇ ਪਾਣੀ ਲੈ ਕੇ ਉਹ ਆਪਣੇ ਆਪ ਇਸ ਪੇਂਟ ਨੂੰ ਸਾਫ਼ ਕਰ ਰਿਹਾ ਸੀ, ਅਤੇ ਉਹਨੇ ਨਾਲ ਇਹ ਗੱਲ ਕਹੀ ਸੀ ਕਿ ਇਹ ਮੇਰਾ ਵੈਨਕੂਵਰ ਨਹੀਂ ਆ। ਭਾਵ ਵੈਨਕੂਵਰ ਦੇ ਵਿੱਚ ਨਫ਼ਰਤ ਲਈ ਕੋਈ ਵੀ ਥਾਂ ਨਹੀਂ ਆ। ਅਤੇ ਉਸ ਦਿਨ ਤੋਂ ਪੁਲਿਸ ਇੱਕ ਅਪਰਾਧਿਕ ਮਾਮਲਾ ਦਰਜ ਕਰਕੇ ਉਸ ਵਿਅਕਤੀ ਦੀ ਭਾਲ ਕਰ ਰਹੀ ਸੀ, ਜਿਹੜਾ ਵਿਅਕਤੀ ਅੱਜ ਦੇ ਯੁੱਗ ਵਿੱਚ ਵੀ ਨਸਲੀ ਨਫ਼ਰਤ ਫੈਲਾ ਰਿਹਾ, ਜਾਂ ਉਹਦੇ ਆਪਣੇ ਅੰਦਰ ਪਈ ਨਸਲੀ ਨਫ਼ਰਤ ਦਾ ਪ੍ਰਗਟਾਵਾ ਖੁੱਲ੍ਹੇਆਮ ਕਰ ਰਿਹਾ, ਅਤੇ ਜਿਹਦਾ ਇੱਕ ਰੂਪ ਇੱਥੇ ਸਾਹਮਣੇ ਆਇਆ ਸੀ। ਅੱਜ ਜਦੋਂ ਇਹ ਸੂਚਨਾ ਆਉਂਦੀ ਆ ਕਿ ਪੁਲਿਸ ਨੇ, ਵੈਨਕੂਵਰ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਉਹ ਸ਼ੱਕੀ ਆ, ਪਤਾ ਨਹੀਂ ਕਿ ਉਹਨੇ ਇਹ ਕੀਤਾ ਸੀ ਜਾਂ ਉਹਦੀ ਬਾਅਦ ਦੇ ਵਿੱਚ ਪਤਾ ਲੱਗੂਗਾ। ਪਰ ਇਹ ਵੀ ਇੱਕ ਬਹੁਤ ਵੱਡੀ ਖਬਰ ਆ ਕਿ ਇੱਥੇ ਜਿਹੜੀ ਨਸਲੀ ਵਿਤਕਰੇ ਆ ਜਾਂ ਨਸਲੀ ਨਫ਼ਰਤ ਆ, ਉਹ ਰੋਕਣ ਦੇ ਲਈ ਪੁਲਿਸ ਪੂਰਾ ਕੰਮ ਕਰ ਰਹੀ ਆ, ਅਤੇ ਇਸ ਗੱਲ ਦੀ ਪੂਰੀ ਆਸ ਕੀਤੀ ਜਾਂਦੀ ਆ ਕਿ ਜਲਦੀ ਉਸ ਵਿਅਕਤੀ ਨੂੰ ਜਿਹੜਾ ਉਹਦੇ 'ਤੇ ਚਾਰਜਸ ਲੱਗਦੇ ਆ, ਅਤੇ ਫਿਰ ਉਹਨੂੰ ਜਿਹੜੀ ਵੀ ਸਜ਼ਾ ਮਿਲਦੀ ਆ
ਪਰ ਜਦੋਂ ਅਸੀਂ ਉਸ ਦਿਨ ਇਹ ਖਬਰ ਕਰ ਰਹੇ ਹਾਂ ਕਿ ਇੱਥੇ ਇੱਕ ਵਿਅਕਤੀ ਆ ਕੇ ਪੇਂਟ ਕਰਕੇ ਆਪਣੀ ਨਫ਼ਰਤ ਦਾ, ਆਪਣੇ ਦਿਮਾਗ ਅੰਦਰ ਪਈ ਨਫ਼ਰਤ ਨੂੰ ਬਾਹਰ ਲਿਆ ਕੇ ਪ੍ਰਗਟ ਕਰਦਾ ਆ, ਤਾਂ ਉਹਦੇ ਨਾਲ ਅਸੀਂ ਇਹ ਗੱਲ ਦੱਸਣ ਦੇ ਵਿੱਚ ਵੀ ਅੱਜ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਉਹਦੇ ਉੱਤੇ ਅਗਲੀ ਕਾਰਵਾਈ ਚੱਲੇਗੀ। ਭਾਵੇਂ ਕਿ ਪਿਛਲੇ ਸਾਲ ਅਗਸਤ ਦੀ ਘਟਨਾ ਸੀ ਤੇ ਹੁਣ ਇਸ ਵੇਲੇ ਮਾਰਚ ਦੇ ਵਿੱਚ ਉਹਦੀ ਗ੍ਰਿਫਤਾਰੀ ਹੁੰਦੀ ਆ, ਪਰ ਫਿਰ ਵੀ ਪੁਲਿਸ ਇਸ ਗੱਲ ਨੂੰ ਵੀ ਬਹੁਤ ਜ਼ਿਆਦਾ ਸੁਹਿਰਦਤਾ ਨਾਲ, ਬਹੁਤ ਸੰਜੀਦਗੀ ਨਾਲ ਲੈਂਦੀ ਹੈ। ਭਾਵੇਂ ਕਿਉਂਕਿ ਇਹ ਜੋ ਕੁਝ ਤੁਸੀਂ ਦੇਖ ਰਹੇ ਹੋ ਇਹ ਸਿਰਫ ਇੱਕ ਮੈਮੋਰੀਅਲ ਨਹੀਂ ਹੈ, ਇਹਦੇ ਨਾਲ ਕਾਮਾਗਾਟਾ ਮਾਰੂ ਦੀ ਇੱਕ ਬਹੁਤ ਲੰਬੀ ਕਹਾਣੀ ਹੈ। ਔਰ ਇਹਨਾਂ ਪਾਣੀਆਂ ਦੇ ਵਿੱਚ ਉਹ ਜਹਾਜ਼ ਇਸ ਥਾਂ ਦੇ ਉੱਤੇ ਲੱਗਾ ਸੀ ਕੈਨੇਡਾ ਦੇ ਵਿੱਚ, ਜਦੋਂ ਤੋਂ ਲੋਕ ਆਉਣੇ ਸ਼ੁਰੂ ਹੋਏ, ਅਸੀਂ ਇੱਥੇ ਆਉਣੇ ਸ਼ੁਰੂ ਹੋਏ ਹਾਂ, ਉਹਦਾ ਇਤਿਹਾਸ ਇਹਦੇ ਨਾਲ ਜੁੜਿਆ ਆ ਤੇ ਉਹਦੀ ਯਾਦ ਇਸ ਤਰੀਕੇ ਦੇ ਨਾਲ 2013 ਦੇ ਵਿੱਚ ਬਣਾਈ ਗਈ। ਜਿਹੜੇ ਇਹ ਉੱਧਰੋਂ ਆਉਣ ਲੱਗੇ, ਇੱਕ ਪਾਸੇ ਸਮੁੰਦਰ ਆ, ਦੂਜੇ ਪਾਸੇ ਬਿਲਡਿੰਗਾਂ ਨੇ ਵੈਨਕੂਵਰ ਸ਼ਹਿਰ ਦੀਆਂ। ਇਸ ਥਾਂ ਦੇ ਉੱਤੇ ਇੱਕ ਇਹਦੀ ਜਿਹੜੀ ਇਤਿਹਾਸਕ ਮਹੱਤਤਾ, ਉਸ ਇਤਿਹਾਸਕ ਯਾਦਗਾਰ ਦੇ ਉੱਤੇ ਨਫ਼ਰਤ ਦੇ ਛਿੱਟੇ ਪਾਉਣ ਦੀ ਪਿਛਲੇ ਸਾਲ ਕੋਸ਼ਿਸ਼ ਕੀਤੀ ਗਈ ਸੀ। ਅੱਜ ਇਹ ਇੱਕ ਚੰਗੀ ਖਬਰ, ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਆਉਣ ਵਾਲੇ ਸਮੇਂ ਵਿੱਚ ਉਹਦੇ ਵਿੱਚ ਕਾਰਵਾਈ ਕੀਤੀ ਜਾਏਗੀ ਤੇ ਆਸ ਕੀਤੀ ਜਾਂਦੀ ਆ ਕਿ ਅੱਗੇ ਤੋਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਕਰਨ ਦੀ ਜ਼ਰੂਰਤ ਨਹੀਂ ਕਰੂਗਾ ਤੇ ਨਾ ਹੀ ਉਹ ਇਸ ਤਰ੍ਹਾਂ ਦੀ ਜਿਹੜੀ ਨਫ਼ਰਤ ਕਿਸੇ ਦੇ ਨਾਲ ਕਰ ਸਕੇਗਾ। ਰੀਅਲ estate ਮਾਰਕੀਟ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ। ਚਰਚਾਵਾਂ ਦੋ ਤਿੰਨ ਚੱਲ ਰਹੀਆਂ। ਇੱਕ ਚਰਚਾ ਤੇ ਇਹ ਚੱਲ ਰਹੀ ਆ ਕਿ ਘਰਾਂ ਦੀਆਂ ਕੀਮਤਾਂ ਥੱਲੇ ਆ ਰਹੀਆਂ, ਮਾਰਕੀਟ ਰੁਕ ਚੁੱਕੀ ਆ, ਇਹ ਕਿੱਥੇ ਜਾ ਕੇ ਰੁਕਣੀਆਂ ਇਹ। ਤੇ ਦੂਜੀ ਚਰਚਾ ਇਹ ਚੱਲ ਰਹੀ ਆ ਕਿ ਜਿਹੜੀ ਘਰਾਂ ਦੀਆਂ ਕੀਮਤਾਂ ਇੱਥੇ ਤੱਕ ਪਹੁੰਚੀਆਂ, ਇਹਦੇ ਲਈ ਜ਼ਿੰਮੇਵਾਰ ਕੌਣ ਆ। ਡਿਮਾਂਡ ਸਪਲਾਈ ਦਾ ਜਿਹੜਾ ਰੌਲਾ ਉਹ ਜ਼ਿੰਮੇਵਾਰ ਆ ਕਿ ਘਰ ਘੱਟ ਨੇ, ਲੈਣ ਵਾਲੇ ਜ਼ਿਆਦਾ ਨੇ। ਤੇ ਕੁਛ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਫਲਿੱਪਿੰਗ ਆ ਉਹ ਵੀ ਇੱਕ ਕਾਰਨ ਇਹਦੇ ਵਿੱਚ ਹੈਗਾ। ਉਹਦੇ ਕਰਕੇ ਵੀ ਘਰ ਅਸਲ ਦੇ ਵਿੱਚ ਤਾਂ ਮਹਿੰਗੇ ਹੋ ਰਹੇ ਆ ਕਿ ਘਰ ਰਹਿਣ ਦੇ ਲਈ ਨਹੀਂ ਲਏ ਜਾ ਰਹੇ, ਸਗੋਂ ਘਰ ਜਿਹੜੇ ਨੇ ਉਹ ਪੈਸਾ ਕਮਾਉਣ ਦੇ ਲਈ ਲਏ ਜਾ ਰਹੇ ਆ। ਗੁਰਪ੍ਰੀਤ ਸਿੰਘ ਸੋਤਾਣੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋਤਾ ਸਾਹਿਬ, ਪਹਿਲਾਂ ਤਾਂ ਇਹ ਦੱਸਿਓ ਵੀ ਮਾਰਕੀਟ ਹੁਣ ਕਹਿੰਦੇ ਰੁਕ ਗਈ ਆ, ਥੱਲੇ ਨੂੰ ਆ ਰਹੀ ਆ, ਘਰਾਂ ਦੀਆਂ ਕੀਮਤਾਂ ਥੱਲੇ ਆਉਣਗੀਆਂ, ਕੀ ਲੱਗਦਾ ਜੀ? ਦੇਖੋ, ਜਿਹੜੀ ਘਰਾਂ ਦੀਆਂ ਕੀਮਤਾਂ ਥੱਲੇ ਆਉਣ ਵਾਲੀ ਗੱਲ ਆ ਉਹਦੇ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜੇ ਤਾਂ ਇੰਟਰਸਟ ਰੇਟ ਜ਼ਿਆਦਾ ਅਪ ਹੁੰਦੇ ਆ, ਲੋਕਾਂ ਦਾ ਮਨੋਬਲ ਥੋੜ੍ਹਾ ਜਿਹਾ ਟੁੱਟਦਾ, ਤਾਂ ਆਪਾਂ ਕਹਿ ਸਕਦੇ ਹਾਂ ਕਿ ਅਫੋਰਡੇਬਿਲਿਟੀ ਤੋਂ ਬਾਹਰ ਹੁੰਦਾ। ਪਰ ਜੇ ਇਹ ਜਸਟ ਮਾਰਕੀਟ ਸਾਹ ਲੈਂਦੀ ਪ੍ਰਤੀਤ ਹੁੰਦੀ, ਕਿਉਂਕਿ 2 ਸਾਲ ਪਹਿਲਾਂ ਵੀ 4 ਸਾਲ ਪਹਿਲਾਂ ਵੀ ਇੱਕ ਵਾਰੀ ਸਾਹ ਲਿਆ ਸੀ ਇਹਨੇ, ਸੋ ਕੋਈ ਕਿਸੇ ਨੂੰ ਪਤਾ ਨਹੀਂ ਹੈਗਾ ਕਿ ਮਾਰਕੀਟ ਨੇ ਕਿੱਧਰ ਨੂੰ ਜਾਣਾ। ਸੋ ਪਰ ਗੱਲ ਹੈਗੀ ਆ ਵੀ ਜਿੰਨਾ ਚਿਰ ਸਪਲਾਈ ਪੂਰੀ ਨਹੀਂ ਹੁੰਦੀ ਘਰਾਂ ਦੀ, ਉਹਨਾਂ ਚਿਰ ਜਿਹੜੀ ਹੈ ਮਾਰਕੀਟ ਸਟੇਬਲ ਨਹੀਂ ਹੋਣੀ ਹੈਗੀ। ਸਪਲਾਈ ਦਾ ਵੱਡਾ ਇਸ਼ੂ ਆ, ਨਾਲ ਦੀ ਨਾਲ ਜਿਹੜੇ ਲੋਕੀ ਬਾਹਰੋਂ ਆ ਰਹੇ ਬਹੁਤ ਵੱਡੀ ਪੱਧਰ 'ਤੇ। ਤੁਸੀਂ ਦੇਖੋ ਵੀ ਕਰੋਨਾ ਤੋਂ ਬਾਅਦ ਜਹਾਜ਼ ਤਾਂ ਭਰੇ ਆ ਰਹੇ ਆ, ਚਾਹੇ ਉਹ ਵਿਜ਼ਟਰ ਆ ਰਹੇ ਆ, ਚਾਹੇ ਪੱਕੇ ਆ ਰਹੇ ਆ, ਚਾਹੇ ਉਹ ਵਰਕ ਪਰਮਿਟ 'ਤੇ ਆ ਰਹੇ ਆ, ਪੈਸਾ ਲੈ ਕੇ ਲੋਕ ਆ ਰਹੇ ਆ, ਉਹਨਾਂ ਨੇ ਕਿਤੇ ਨਾ ਕਿਤੇ ਤਾਂ ਰਹਿਣਾ ਹੈ ਨਾ। ਸੋ ਇਹ ਗੱਲਾਂ ਸਮਝਣ ਦੀ ਲੋੜ ਆ। ਸਪਲਾਈ ਹੈ ਨਹੀਂ ਮਾਰਕੀਟ ਦੇ ਵਿੱਚ। ਹੁਣ ਇਸ ਵੇਲੇ ਘਰ ਵਿਕਣੇ ਰੁਕ ਚੁੱਕੇ ਆ ਜਾਂ ਘਟ ਚੁੱਕੇ ਆ, ਇਹਨੂੰ ਡਿਕਲਾਈਨ ਮੰਨਿਆ ਜਾ ਰਿਹਾ? ਇਸ ਵੇਲੇ ਜਿਹੜੇ ਆ ਜੀ ਘਰਾਂ ਦੀ ਕੀਮਤ ਨਹੀਂ ਘਟੀ, ਮਲਟੀਪਲ ਆਫਰਾਂ ਆਉਣੀਆਂ ਬੰਦ ਹੋ ਗਈਆਂ। ਜਿਹੜੇ ਇੱਕ ਭੀੜ ਚਾਲ ਦੇ ਵਿੱਚ ਲੋਕੀ ਇੱਕ ਦੂਜੇ ਤੋਂ ਅੱਗੇ ਵੱਧ ਕੇ ਵੀ ਮੈਨੂੰ ਖਰੇ ਘਰ ਮਿਲਣੇ ਨਹੀਂ, ਉਹ ਗੱਲਾਂ ਬੰਦ ਹੋ ਗਈਆਂ। ਘਰ ਵਿਕ ਰਹੇ ਆ, ਪਰ ਜਿਵੇਂ ਵਿਕਣੇ ਚਾਹੀਦੇ ਹੁੰਦੇ ਉਵੇਂ ਵਿਕ ਰਹੇ ਆ, ਵੀ ਅਗਲੇ ਨੂੰ ਪੂਰਾ ਮੌਕਾ ਮਿਲਦਾ। ਅਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਸਬਜੈਕਟਸ ਵਗੈਰਾ ਪਾਉਣੇ ਆ, ਅਤੇ ਈਵਨ ਕੈਸ਼ ਆਫਰ ਵੀ ਪਾਉਣੇ ਆ, ਤਾਂ ਇਹ ਵੀ ਤੁਹਾਨੂੰ ਉੱਪਰ ਵੱਧ ਕੇ ਜਾਣੀ ਕਿ ਪਾਉਣੀ ਪੈਂਦੀ ਆ। ਇਸ ਵੇਲੇ ਮੈਂ ਇਹੀ ਕਹਾਂਗਾ ਕਿ ਜੇ ਕੋਈ ਤੁਹਾਨੂੰ ਲੱਗਦਾ ਵੀ ਇਹੋ ਜਿਹਾ ਕੋਈ ਹੌਟ ਮਾਰਕੀਟ ਵਾਲਾ ਚੱਕਰ ਨਹੀਂ ਹੈਗਾ, ਸਟੇਬਲ ਮਾਰਕੀਟ ਆ, ਨਾ ਬਾਇਰ ਦੀ ਮਾਰਕੀਟ ਆ ਨਾ ਸੈਲਰ ਦੀ ਮਾਰਕੀਟ ਆ। ਮਾਰਕੀਟ ਦੇ ਵਿੱਚ ਅਵੇਲੇਬਿਲਿਟੀ ਵੀ ਅੱਗੇ ਥੋੜ੍ਹੇ ਨਾਲ ਵਧੀ ਹੈ ਲਿਸਟਿੰਗਾਂ ਦੀ, ਅਤੇ ਇਹਨੂੰ ਸਟੇਬਲ ਮਾਰਕੀਟ ਕਹਿ ਸਕਦੇ ਆ, ਜਿਹਨੂੰ ਕਿ ਅਕਸਰ 2 ਤਰ੍ਹਾਂ ਦੇਖਿਆ ਜਾਂਦਾ, ਡਿਫਾਈਨ ਕੀਤਾ ਜਾਂਦਾ। ਜਾਂ ਤਾਂ ਇਹ ਕੀਮਤਾਂ ਘਟਣ ਦੀ ਸ਼ੁਰੂਆਤ ਆ, ਅਤੇ ਜਾਂ ਫਿਰ ਇਹ ਅਗਲੇ ਵਾਧੇ ਵਾਸਤੇ ਸਾਹ ਲੈ ਰਹੀ ਆ। ਇਹ ਕਿਸੇ ਨੂੰ ਵੀ ਨਹੀਂ ਪਤਾ ਵੀ ਗਾਂ ਇਹਨੇ ਕੀ ਕਰਨਾ। ਇਹ ਹੋ ਸਾਰੇ ਹੀ ਰਿਹਾ। ਵੈਨਕੂਵਰ ਦੇ ਵਿੱਚ ਵੀ ਉਹੀ ਕੁਛ ਹੋ ਰਿਹਾ, ਟੋਰਾਂਟੋ ਦੇ ਵਿੱਚ ਵੀ ਉਹੀ ਕੁਛ ਹੋ ਰਿਹਾ, GTA ਦੇ ਵਿੱਚ ਵੀ ਇਹਨੂੰ ਦੇਖਿਆ ਜਾ ਸਕਦਾ। ਕੁਝ ਲੋਕ ਕਹਿ ਰਹੇ ਵੀ ਇਹ ਹੁਣ ਕੀਮਤਾਂ ਥੱਲੇ ਆਉਣਗੀਆਂ ਇੱਕ ਵਾਰੀ, ਕਿਉਂਕਿ ਸਾਹ ਲੈ ਕੇ ਉੱਪਰ ਜਾਂਦੀ ਮਾਰਕੀਟ ਨੂੰ ਵੀ ਕਾਫੀ ਸਮਾਂ ਹੋ ਚੁੱਕਿਆ। ਇਹਦਾ ਕੀ ਅੰਦਾਜ਼ਾ ਹੋ ਸਕਦਾ ਜੀ? ਦੇਖੋ, ਜਿਹੜਾ ਮੋਟਾ ਅੰਦਾਜ਼ਾ ਉਹ ਇਹ ਹੁੰਦਾ ਸੀਗਾ ਕਿ 8 ਸਾਲ ਰਿਸੈਸ਼ਨ ਅਤੇ 8 ਸਾਲ ਮਾਰਕੀਟ ਅਪ ਰਹਿੰਦੀ ਹੁੰਦੀ ਸੀਗੀ, ਪਰ ਉਹ ਸਾਰੇ ਅੰਦਾਜ਼ੇ ਫੇਲ ਹੋ ਚੁੱਕੇ ਆ। 99 ਤੋਂ ਬਾਅਦ ਮਾਰਕੀਟ ਥੱਲੇ ਆਈ ਨਹੀਂ। ਈਵਨ ਵੈਨਕੂਵਰ ਇਲਾਕੇ ਦੇ ਵਿੱਚ 2008 ਦਾ ਜਿਹੜਾ ਅਮਰੀਕਾ ਵਾਲਾ ਮੰਦਵਾੜਾ ਸੀਗਾ ਉਹਨੇ ਵੀ ਕੋਈ ਅਸਰ ਨਹੀਂ ਪਾਇਆ। ਸੋ ਇਹ ਅੰਦਾਜ਼ੇ ਸਾਰੇ ਫੇਲ ਹੋ ਚੁੱਕੇ ਆ। ਸੋ ਹਜੇ ਕਿਸੇ ਨੂੰ ਨਹੀਂ ਇਹ ਪਤਾ ਹੈਗਾ ਕਿ ਇਹ ਮਾਰਕੀਟ ਜਿਹੜੀ ਆ, ਜੇ ਇੰਟਰਸਟ ਰੇਟ ਜਿਵੇਂ ਬੈਂਕਾਂ ਕਹਿ ਰਹੀਆਂ ਵੀ 2-2.5% ਵੱਧ ਸਕਦੇ ਆ, ਤਾਂ ਜ਼ਾਹਰ ਤੌਰ ਦੇ ਉੱਤੇ ਮਾਰਕੀਟ ਘਟਣੀ ਹੈ, ਪ੍ਰਾਈਸਾਂ ਕੀਮਤਾਂ ਥੱਲੇ ਆਉਣੀਆਂ ਹੀ ਆਉਣੀਆਂ। ਪਰ ਜੇ ਇੰਟਰਸਟ ਰੇਟ ਜਿਹੜੇ ਆ ਨਾ ਵਧੇ ਅਤੇ ਬੈਂਕਾਂ ਨੇ ਡਿਸਕਾਊਂਟ ਦੇ ਦਿੱਤਾ ਇੰਟਰਸਟ ਵਧੇ ਦੇ ਉੱਤੇ,
ਫਿਰ ਕੋਈ ਵੱਡੀ ਗੱਲ ਨਹੀਂ ਕਿ ਮਾਰਕੀਟ ਜਿਹੜੀ ਹੈ ਇਹ ਸਾਹ ਲੈਂਦੀ ਪ੍ਰਤੀਤ ਹੋਵੇ। ਪਹਿਲਾਂ ਵੀ ਤਾਂ ਹੁੰਦਾ ਰਿਹਾ ਨਾ, ਕਦੀ 2 ਮਹੀਨੇ ਸਾਹ ਲੈ ਕੇ ਚੱਲ ਪਈ, ਕਦੀ 6 ਮਹੀਨੇ ਸਾਹ ਲੈ ਕੇ ਚੱਲ ਪਈ, ਕਦੀ ਸਾਲ ਲੈ ਕੇ ਸਾਹ ਚੱਲ ਪਈ। ਸੋ 2 ਗੱਲਾਂ ਪ੍ਰੈਡਿਕਟ ਕਰਨੀਆਂ ਬੜੀਆਂ ਔਖੀਆਂ ਵੀ ਇੱਕ ਤਾਂ ਮਾਰਕੀਟ ਨੇ ਸਾਹ ਲੈਣਾ ਕਿੰਨਾ ਚਿਰ, ਤੇ ਦੂਜੀ ਗੱਲ ਹੈਗੀ ਹੈ ਕਿ ਵਾਕਈ ਸਾਹ ਲੈ ਰਹੀ ਹੈ ਕਿ ਮਰ ਚੱਲੀ ਹੈ। ਇੱਕ ਗੱਲ ਹੋਰ ਦੱਸਿਓ, ਜੇ ਮੰਨ ਲਓ ਸੱਚਮੁੱਚ ਇਦਾਂ ਹੁੰਦਾ ਹੈ ਵੀ ਕੁਝ ਸਮੇਂ ਦੇ ਲਈ ਮਾਰਕੀਟ ਰੁਕਦੀ ਆ ਤੇ ਉਹਦੇ ਤੋਂ ਬਾਅਦ ਫੇਰ ਤੁਰਦੀ ਆ, ਜੇ ਮੰਨ ਲਓ ਇਹ ਮਾਰਕੀਟ ਇਸ ਵੇਲੇ ਰੁਕੀ ਹੋਈ ਤਾਂ ਕੀ ਇਹਦਾ ਮਤਲਬ ਇਹ ਸਮਝਿਆ ਜਾਵੇ ਕਿ ਜੇ ਰੁਕਣ ਤੋਂ ਬਾਅਦ ਦੁਬਾਰਾ ਜਦੋਂ ਘਰ ਫੇਰ ਤੇਜ਼ੀ ਨਾਲ ਵਿਕਣੇ ਸ਼ੁਰੂ ਹੋਣੇ ਉਦੋਂ ਕੀਮਤਾਂ ਬਹੁਤ ਜ਼ਿਆਦਾ ਵੱਧ ਜਾਣਗੀਆਂ? ਦੇਖੋ ਜੀ, ਪਹਿਲੇ ਅੰਦਾਜ਼ੇ ਇਹ ਹੁੰਦੇ ਸੀਗੇ ਕਿ ਜਦੋਂ ਮਾਰਕੀਟ ਸਾਹ ਲੈਂਦੀ ਸੀ ਤਾਂ ਉਸ ਤੋਂ ਬਾਅਦ ਅਗਲਾ ਜੰਪ 1.5 ਲੱਖ ਦਾ ਹੁੰਦਾ ਸੀ। ਪਰ ਆ ਕਰੋਨਾ ਤੋਂ ਬਾਅਦ ਜਦੋਂ ਮਾਰਕੀਟ ਜਿਹੜੀ ਆ ਤੁਰੀ ਆ ਸਾਹ ਲੈ ਕੇ, ਇਹਦੇ ਇਕੱਠਾ 5-7 ਲੱਖ ਦਾ ਜੰਪ ਮਾਰਿਆ, ਜਿਹਨੂੰ ਕਿਸੇ ਵੀ ਤਰੀਕੇ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਹੋਇਆ ਆਪਣੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ। ਸੋ ਇਹ ਕੋਈ ਕਾਨੂੰਨ ਲਾਗੂ ਹੁੰਦਾ ਹੀ ਨਹੀਂ, ਇਹਦੇ ਉੱਤੇ ਵੀ ਤੁਸੀਂ ਕੀ ਕਹਿ ਸਕਦੇ ਇਹਦੇ ਬਾਰੇ। ਹੁਣ ਗਾਂ ਦਾ ਕੀ ਪਤਾ ਵੀ ਲੋਕਾਂ ਨੇ ਕਿਵੇਂ ਰਿਐਕਟ ਕਰਨਾ, ਸਪਲਾਈ ਕਿੰਨੀ ਹੋਣੀ ਆ, ਡਿਮਾਂਡ ਕਿੰਨੀ ਹੋਣੀ ਆ। ਸੋ ਇਹ ਗੱਲਾਂ ਜਿਹੜੀਆਂ ਆ ਅੰਦਾਜ਼ੇ ਤੋਂ ਬਾਹਰ ਹੋਈਆਂ ਆ। ਜਦੋਂ ਅਸੀਂ ਰੀਅਲਟਰ ਵੀ ਬਹਿੰਦੇ ਆ ਜਾਂ ਅਸੀਂ ਵੈਸੇ ਜਿਹੜੇ ਵੱਡੇ ਪੁਰਾਣੇ ਡਿਵੈਲਪਰ ਵੀ ਬਹਿੰਦੇ ਆ, ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਲੱਗ ਰਿਹਾ ਵੀ ਗਾਂ ਕੀ ਹੋਣਾ ਆ। ਐਵੇਂ ਮੈਂ ਕਹਿ ਦੇਵਾਂ ਵੀ ਪਤਾ ਆ। ਹੁਣ ਇਹ ਆਲ ਓਵਰ ਹੀ ਆ, ਇਸ ਵੇਲੇ ਸਾਹ ਲੈ ਰਹੀ ਆ। ਹੁੰਦਾ ਪਤਾ ਕੀ ਆ, ਹੁਣ ਲੋਕਾਂ ਨੇ ਘਰ ਖਰੀਦਣੇ ਨਹੀਂ ਹੈਗੇ, ਹੁਣ ਉਹਨਾਂ ਨੂੰ ਲੱਗੀ ਜਾਣਾ ਮਾਰਕੀਟ ਡਿੱਗਣੀ ਆ, ਹੁਣ ਬੈਠੇ ਰਹਿਣਾ। ਜਦੋਂ ਮਾਰਕੀਟ ਤੁਰ ਪਈ, ਟੈਂਪੂ ਤੁਰ ਪਿਆ, ਟਾਂਗਾ ਤੁਰ ਪਿਆ, ਉਦੋਂ ਛਾਲਾਂ ਮਾਰ ਕੇ ਫੇਰ ਇੱਕ ਦੂਜੇ ਤੋਂ ਪਗਾਹ ਲੈਣੇ ਆ। ਹੁਣ ਇਹ ਡਰ ਬਣਿਆ ਰਹਿਣਾ ਵੀ ਹੋਰ ਨਾ ਥੱਲੇ ਆ ਜਾਵੇ, ਵੀ ਬਚਾ ਕਰ ਲਈਏ। ਜਿਹੜਾ ਘਰ 15 ਦਾ ਮਿਲਦਾ ਹੋ ਸਕਦਾ ਹੁਣ 14 ਦਾ ਜਾਂ 13 ਦਾ ਮਿਲ ਜਾਵੇ। ਸੋ ਜਦੋਂ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਤਾਂ ਤੁਸੀਂ ਕਹਿ ਕੀ ਸਕਦੇ ਹੋ ਗਾਂ ਹੋਣਾ ਕੀ ਆ। ਪਰ ਇੰਨੀ ਗੱਲ ਜ਼ਰੂਰ ਹੈ ਕਿ ਸਪਲਾਈ ਹੈ ਨਹੀਂ ਮਾਰਕੀਟ ਦੇ ਵਿੱਚ ਹੱਲੇ ਵੀ। ਇਹ ਇੱਕ ਵੱਡਾ ਕਾਰਨ ਆ ਕਿ ਜੇ ਸਪਲਾਈ ਪੂਰੀ ਹੋ ਜਾਵੇ ਤਾਂ ਮਾਰਕੀਟ ਸਟੇਬਲ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ। ਇਹ ਵੀ ਕਿਹਾ ਜਾ ਰਿਹਾ ਵੀ ਅਸਲ ਦੇ ਵਿੱਚ ਘਰ ਹੈਗੇ ਆ, ਪਰ ਇੱਥੇ ਘਰ ਸਿਰਫ ਰਹਿਣ ਲਈ ਨਹੀਂ ਲਏ ਜਾ ਰਹੇ, ਘਰ ਬਿਜ਼ਨਸ ਦੇ ਪੁਆਇੰਟ ਆਫ ਵਿਊ ਤੋਂ ਲੈ ਰਹੇ ਜਾ ਰਹੇ, ਕਮਾਈ ਦੇ ਪੁਆਇੰਟ ਆਫ ਵਿਊ ਤੋਂ। ਭਾਵੇਂ ਉਸ ਕਿਸਮ ਦੀ ਫਲਿੱਪਿੰਗ ਰੁਕ ਗਈ ਆ, ਵੀ ਅਜੇ ਵੀ ਕੌਂਡੋਜ਼ ਦੇ ਮਾਮਲੇ ਦੇ ਵਿੱਚ ਵੱਡਾ ਫੈਕਟਰ ਆ ਕਿ ਫਲਿੱਪਿੰਗ ਜ਼ਿੰਮੇਵਾਰ ਆ ਇਹ ਕੀਮਤਾਂ ਵਧਣ ਦੇ ਲਈ। ਡਿਮਾਂਡ ਸਪਲਾਈ ਦਾ ਇੰਨਾ ਰੌਲਾ ਨਹੀਂ ਆ। ਫਲਿੱਪਿੰਗ ਜ਼ਿੰਮੇਵਾਰ ਆ ਕੁਛ ਹੱਦ ਤੱਕ, ਮੈਂ ਮੰਨਦਾ ਆ ਕੀਮਤਾਂ ਵਧਾਉਣ ਦੇ ਵਾਸਤੇ। ਪਰ ਗੱਲ ਤਾਂ ਇਹ ਆ ਜਿਹਦਾ ਫਲਿੱਪ ਕਰਕੇ ਕੀਤਾ ਹੋਇਆ ਘਰ ਜਿਹੜਾ ਆ ਉਹ ਖਾਲੀ ਪਿਆ, ਫਿਰ ਤਾਂ ਆਪਾਂ ਮੰਨ ਸਕਦੇ ਆ। ਵੈਕੈਂਸੀ ਟੈਕਸ, ਸਪੈਕੂਲੇਸ਼ਨ ਟੈਕਸ, ਇਹ ਸਾਰਾ ਕੁਝ ਫਲਿੱਪਿੰਗ ਰੋਕਣ ਲਈ ਤਾਂ ਕੀਤਾ ਹੋਇਆ। ਘਰ ਤਾਂ ਖਾਲੀ ਹੈ ਨਹੀਂ ਗਾ। ਜਿਹੜੇ ਲੋਕ ਧੜਾਧੜ ਸੱਦੇ ਜਾ ਰਹੇ ਆ, ਵੀਜ਼ੇ ਉੱਤੇ ਜਾ ਰਹੇ ਆ, 10-10 ਸਾਲ ਵਾਲੇ ਵੀਜ਼ੇ ਆ ਰਹੇ, ਉਹਨਾਂ ਲੋਕਾਂ ਨੇ ਕਿਤੇ ਤਾਂ ਰਹਿਣਾ ਹੈ ਨਾ। ਉਹਨਾਂ ਥਾਂ 'ਤੇ ਉਹ ਰਹਿ ਰਹੇ ਆ। ਮਹਿੰਗਾ ਰੈਂਟ ਜਿਹੜਾ ਆ ਉਹ ਪੇ ਕਰ ਰਹੇ ਆ। ਇਸੇ ਕਰਕੇ ਜਿਹੜੇ ਆ ਬੰਦਾ ਇੱਕ ਤੋਂ ਵੱਧ ਘਰ ਲੈ ਰਿਹਾ, ਉਹਨੂੰ ਪਤਾ ਕਿ ਜੇ ਮੈਂ 4 ਘਰ ਵੀ ਲੈ ਲਏ ਤਾਂ ਮਗਰ ਕਿਰਾਏਦਾਰ ਹੈਗੇ ਆ। ਜੇ ਪਤਾ ਹੋਵੇ ਵੀ ਸਪਲਾਈ ਇੰਨੀ ਹੋ ਗਈ ਘਰਾਂ ਦੀ ਵੀ ਬੰਦੇ ਨੇ ਜੇ 4 ਘਰ ਲੈ ਵੀ ਲਏ ਤਾਂ ਰੈਂਟ ਤੇ 2 ਨਹੀਂ ਚੜ੍ਹਨੇ ਹੈਗੇ, 2 ਖਾਲੀ ਰਹਿਣੇ, ਉਹ 4 ਲਊਗਾ ਕਿਉਂ? ਇਹ ਗੱਲ ਸੋਚਣ ਵਾਲੀ ਆ। ਸੋ ਸਪਲਾਈ ਵੱਡਾ ਇਸ਼ੂ ਆ, ਤੇ ਸਪਲਾਈ ਵਧਾਉਣ ਦੇ ਵਾਸਤੇ ਨਾ ਕੈਨੇਡਾ ਸਰਕਾਰ ਕੁਝ ਕਰ ਸਕਦੀ ਆ, ਨਾ BC ਸਰਕਾਰ ਕੁਝ ਕਰ ਸਕਦੀ ਆ, ਜਾਂ ਸੂਬਾ ਸਰਕਾਰ ਕੋਈ ਵੀ ਲਾ ਲਓ, ਉਹ ਬਹੁਤ ਲਿਮਟਿਡ ਕਰ ਸਕਦੀ ਹੈ ਵੀ ਇਹ ਲਾਟ ਤੋਂ ਜ਼ਮੀਨ ਕੱਢ ਦਿਓ ਥੋੜ੍ਹੀ ਬਹੁਤੀ, ਜਾਂ ਕੋਈ ਹੋਰ ਕਿਸੇ ਪਾਸੋਂ ਜ਼ਮੀਨ ਕੱਢ ਦਿਓ। ਜਿਹੜੀਆਂ ਮਿਊਨਿਸਪੈਲਿਟੀਆਂ ਆ ਉਹਨਾਂ ਦੇ ਵਿੱਚ ਜਿਹੜੀ ਲਾਲ ਫੀਤਾ ਚਾਹੀ ਆ ਉਹ ਆ ਜਿਹੜਾ ਘਰ ਦਾ ਪਰਮਿਟ 15 ਦਿਨਾਂ 'ਚ ਆਉਣਾ ਚਾਹੀਦਾ, ਜੇ ਉਹ 9 ਮਹੀਨੇ 'ਚ ਆ ਰਿਹਾ। ਜਿਹੜਾ ਕੌਂਡੋ ਜਾਂ ਟਾਊਨ ਹਾਊਸ ਪ੍ਰੋਜੈਕਟ 1.5 ਸਾਲ 'ਚ ਆਉਣਾ ਚਾਹੀਦਾ ਉਹ 5 ਸਾਲ 'ਚ ਆ ਰਿਹਾ। ਜਿਹੜੀਆਂ ਲਾਟਾਂ 2 ਸਾਲਾਂ 'ਚ ਆਉਣੀਆਂ ਚਾਹੀਦੀਆਂ ਸੀ ਉਹ 6 ਸਾਲਾਂ 'ਚ ਆ ਰਹੀਆਂ। ਉਹ ਗੱਲ ਆ ਉੱਥੇ, ਉਹ ਜਿਹੜੀਆਂ ਕੀਮਤਾਂ ਰੋਕ ਰਹੇ ਆ। ਥੋੜ੍ਹੇ ਜਿਹੇ ਬੰਦੇ ਜਿਹੜੇ ਆਪਣੀਆਂ ਜੋਬਾਂ ਸੇਵ ਕਰਨ ਦੇ ਵਾਸਤੇ, ਕ੍ਰੀਏਟ ਕਰਨ ਦੇ ਵਾਸਤੇ, ਜਾਂ ਕਹਿ ਲਓ ਵੀ ਕੰਮ ਨਾ ਕਰਦੇ ਹੁਣ ਕਰਕੇ ਪ੍ਰੋਪਰ ਉਹਨਾਂ ਦੇ ਉੱਤੇ ਉਹਨਾਂ ਉੱਤੇ ਦਬਾਅ ਨਹੀਂ ਪੈ ਰਿਹਾ ਕਰਕੇ ਇਹ ਸਾਰਾ ਜਿਹੜਾ ਆ ਅਸਰ ਪਿਆ ਹੋਇਆ। ਕਾਰਨ ਇੱਕ ਨਹੀਂ ਹੈਗਾ ਦਾ, ਕਾਰਨ ਇਹਦਾ ਫਲਿੱਪਿੰਗ ਵੀ ਆ, ਸਸਤੇ ਵਿਆਜ ਦਰਾਂ ਵੀ ਆ, ਲੋਕਾਂ ਕੋਲ ਪੈਸੇ ਦੀ ਬਹੁਤਾਤ ਵੀ ਆ, ਵਾਧੂ ਇਮੀਗ੍ਰੇਸ਼ਨ ਵੀ ਆ, ਪਰ ਸਭ ਤੋਂ ਵੱਡਾ ਕਾਰਨ ਸਪਲਾਈ ਆ। ਸਪਲਾਈ ਪੂਰੀ ਕਰਨ ਦੇ ਵਿੱਚ ਮਿਊਨਿਸਪੈਲਿਟੀਜ਼ ਫੇਲ ਹੋ ਰਹੀ। ਆਖਰੀ ਸਵਾਲ ਸੋਤਾ ਸਾਹਿਬ, ਇਹ ਅਮਰੀਕਾ ਦੇ ਵਿੱਚ ਵੀ ਇਹੀ ਹਾਲ ਆ? ਕੈਲੀਫੋਰਨੀਆ, ਨਿਊਯਾਰਕ, ਟੋਰਾਂਟੋ, ਸਾਰੀਆਂ ਮਿਊਨਿਸਪੈਲਿਟੀਜ਼ ਵਿੱਚ ਕੁਛ ਨਾ ਕੁਛ ਗੜਬੜ ਆ? ਬਿਲਕੁਲ, ਜੇ ਸਪਲਾਈ ਨਹੀਂ ਹੋਣੀ। ਹੁਣ ਅਮਰੀਕਾ ਦੇ ਵਿੱਚ ਦੱਸਦੇ ਸੀਗੇ ਕਿ 1.5 ਮਿਲੀਅਨ ਤੋਂ ਉੱਪਰ ਘਰਾਂ ਦੀ ਸ਼ਾਰਟੇਜ ਆ। ਠੀਕ ਹੈ, ਹੁਣ ਸ਼ਾਇਦ ਹੋਰ ਵੀ ਵੱਧ ਗਈ ਹੋਵੇ। ਜਦੋਂ ਘਰ ਹੀ ਨਹੀਂ ਪੂਰੇ ਬਣਨੇ ਤਾਂ ਮਗਰੋਂ ਤਾਂ ਬੰਦੇ ਆ ਹੀ ਜਾਂਦੇ ਆ। ਹੁਣ ਲੱਖ ਬੰਦਾ ਯੂਕਰੇਨ ਤੋਂ ਲਿਆਉਣ ਲੱਗੇ ਆ ਰਿਫਿਊਜੀ, ਉਹ ਰੱਖਣਾ ਕਿੱਥੇ ਆ? ਘਰਾਂ 'ਚ ਹੀ ਰੱਖਣਾ ਉਹਨੂੰ ਕਿਤੇ। ਘਰ ਤਾਂ ਚਾਹੀਦੇ ਆ ਨਾ। ਇਹੀ ਕਰਕੇ ਆ ਵੀ ਇੱਕ ਬੰਦਾ ਜਿਹੜਾ ਇੱਕ ਤੋਂ ਵੱਧ ਘਰ ਖਰੀਦ ਰਿਹਾ ਆ। ਸੋ ਜੇ ਫਲਿੱਪਿੰਗ ਬੰਦ ਕਰਨੀ ਚਾਹੁੰਦੇ ਆ, ਸਾਰਾ ਕੁਝ ਕਰਨਾ ਚਾਹੁੰਦੇ ਆ, ਤਾਂ ਪਰ ਜੇ ਕਿਰਾਏਦਾਰ ਨੂੰ ਥਾਂ ਮਿਲਦੀ ਹੋਵੇ ਪ੍ਰੋਪਰ ਆ ਕੇ, ਤਾਂ ਅਗਲਾ ਫਿਰ ਆਪੇ ਹੀ ਜਦੋਂ ਕਿਰਾਏ 'ਤੇ ਘਰ ਨਾ ਚੜੂਗਾ ਤਾਂ ਆਪੇ ਹੀ ਅਗਲਾ 2-4 ਰੱਖੂਗਾ, ਘਰ ਇੱਕ ਰੱਖੂਗਾ। ਪਤਾ ਵੀ ਮੇਰੇ ਤਾਂ ਕੋਲੋਂ ਪੇਮੈਂਟਾਂ ਜਾਣੀਆਂ। ਜਦੋਂ ਅਗਲੇ ਨੂੰ ਪਤਾ ਵੀ ਮੈਂ ਇੱਕ ਘਰ 'ਚ ਆਪ ਰਹੂੰਗਾ, 4 ਮੈਂ ਕਿਰਾਏ 'ਤੇ ਦਊਂਗਾ, ਤਾਂ ਫਿਰ ਲਊਗਾ ਹੀ ਉਹ। ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਦੋਸਤੋ, ਅਸੀਂ ਗੁਰਪ੍ਰੀਤ ਸਿੰਘ ਸੋਤਾਣਾ ਨਾਲ ਗੱਲਬਾਤ ਕੀਤੀ। ਇਹਨਾਂ ਦੀਆਂ ਗੱਲਾਂ ਕਾਫੀ ਠੀਕ ਨੇ ਔਰ ਇਹ ਲੌਜਿਕ ਠੀਕ ਲੱਗਦਾ ਹੈ ਕਿ ਅਸਲ ਦੇ ਵਿੱਚ ਜੇ ਫਲਿੱਪਿੰਗ ਦੇ ਨਾਲ ਵੀ ਕੀਮਤਾਂ ਵਧਦੀਆਂ ਤਾਂ ਘਰ ਤਾਂ ਖਾਲੀ ਫੇਰ ਵੀ ਨਹੀਂ ਆਓ। ਘਰ ਜਿਹੜੇ ਆ ਫੇਰ ਵੀ ਭਰੇ ਪਏ ਆ, ਮਤਲਬ ਲੋਕ ਹੈਗੇ ਆ, ਘਰ ਘੱਟ ਨੇ।
ਕਿਸੇ ਨਾ ਕਿਸੇ ਤਰ੍ਹਾਂ ਸਪਲਾਈ ਵਧਣੀ ਚਾਹੀਦੀ ਆ, ਪਰ ਵੱਡਾ ਸਵਾਲ ਇਹ ਆ ਵੀ ਕੀ ਇਹ ਸਪਲਾਈ ਅਮਰੀਕਾ ਦੇ ਵਿੱਚ ਤੇ ਉਧਰ GTA ਦੇ ਵਿੱਚ ਕਿਤੇ ਵੀ ਨਹੀਂ ਪੂਰੀ, ਕਾਰਨ ਕੀ ਨੇ? ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।